ਸਾਡੀ ਇੱਕ ਵਿਲੱਖਣ ਦਿੱਖ। ਇਹ ਕਾਫੀ ਨਹੀਂ ਦੱਸਣ ਨੂੰ ਕਿ ਅਸੀਂ ਸਿੱਖ ਹਾਂ ਔਰ ਅਸੀਂ ਵੱਖਰੇ ਹਾਂ, ਅਸੀਂ ਹਿੰਦੂ ਨਹੀਂ। ਜਦੋਂ ਵੀ ਇੱਕ ਸਰਦਾਰ ਬਹੁਤ ਭੀੜ ਦੇ ਵਿੱਚੋਂ ਵੀ ਨਿਕਲੇ ਤੇ ਲੋਕ ਇਹ ਦੱਸ ਦਿੰਦੇ ਕਿ ਉਹ ਸਿੱਖ ਹੈ। ਬਾਕੀਆਂ ਨੂੰ ਦੱਸਣਾ ਪੈ ਸਕਦਾ ਕਿ ਅਸੀਂ ਹਿੰਦੂ ਹਾਂ, ਅਸੀਂ ਕ੍ਰਿਸਚੀਅਨ ਹਾਂ, ਅਸੀਂ ਮੁਸਲਮਾਨ ਹਾਂ। ਸਿੱਖਾਂ ਨੂੰ ਦੱਸਣ ਦੀ ਕੋਈ ਲੋੜ ਨਹੀਂ ਪੈਣੀ ਚਾਹੀਦੀ। ਨਾ ਹਮ ਹਿੰਦੂ ਨਾ ਮੁਸਲਮਾਨ। ਉਹ ਬੜਾ ਕਲੀਅਰ ਕੱਟ ਕਹਿ ਦਿੰਦੇ ਕਿ ਨਾ ਮੈਂ ਹਿੰਦੂ ਹਾਂ ਨਾ ਮੈਂ ਮੁਸਲਮਾਨ ਹਾਂ। ਮੈਂ ਜਨੇਊ ਨਹੀਂ ਪਾਉਣਾ ਕਿਉਂਕਿ ਮੈਂ ਵੇਦ ਹੀ ਨਹੀਂ ਪੜ੍ਹਨੀ। ਜਦੋਂ ਇੰਨੀ ਵਾਰੀ ਪ੍ਰੂਵ ਹੋ ਚੁੱਕਾ ਕਿ ਸਿੱਖ ਹਿੰਦੂ ਨਹੀਂ, ਫਿਰ ਬਾਰ-ਬਾਰ ਇਹ ਸਵਾਲ ਕਿਉਂ ਆ ਜਾਂਦਾ? ਅੱਜ ਅਸੀਂ 2019 ਚ ਖੜੇ ਹਾਂ। ਸਾਡੇ ਸਾਹਮਣੇ ਸਵਾਲ ਅੱਜ ਵੀ ਉਹੀ ਹੈ ਕਿ ਹਮ ਹਿੰਦੂ ਹੈ, ਹਮ ਹਿੰਦੂ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅਕਸਰ ਇੱਕ ਗੱਲ ਸੋਚਿਆ ਕਰਦੀ ਸੀ ਕਿ ਕੀ ਸਾਡੀ ਵੇਸ਼ ਭੂਸ਼ਾ, ਸਾਡੀ ਇੱਕ ਵਿਲੱਖਣ ਦਿੱਖ, ਇਹ ਕਾਫੀ ਨਹੀਂ ਦੱਸਣ ਨੂੰ ਕਿ ਅਸੀਂ ਸਿੱਖ ਹਾਂ ਔਰ ਅਸੀਂ ਵੱਖਰੇ ਹਾਂ, ਅਸੀਂ ਹਿੰਦੂ ਨਹੀਂ। ਜਦੋਂ ਵੀ ਇੱਕ ਸਰਦਾਰ ਬਹੁਤ ਭੀੜ ਦੇ ਵਿੱਚੋਂ ਵੀ ਨਿਕਲੇ ਤੇ ਲੋਕ ਇਹ ਦੱਸ ਦਿੰਦੇ ਕਿ ਉਹ ਸਿੱਖ ਹੈ। ਬਾਕੀਆਂ ਨੂੰ ਦੱਸਣਾ ਪੈ ਸਕਦਾ ਕਿ ਅਸੀਂ ਹਿੰਦੂ ਹਾਂ, ਅਸੀਂ ਕ੍ਰਿਸਚੀਅਨ ਹਾਂ, ਅਸੀਂ ਮੁਸਲਮਾਨ ਹਾਂ। ਸਿੱਖਾਂ ਨੂੰ ਦੱਸਣ ਦੀ ਕੋਈ ਲੋੜ ਨਹੀਂ ਪੈਣੀ ਚਾਹੀਦੀ। ਫਿਰ ਵੀ ਕੀ ਗੱਲ ਆ ਕਿ ਇਹ ਸਵਾਲ ਬਾਰ-ਬਾਰ ਸਾਡੇ ਸਾਹਮਣੇ ਆ ਕੇ ਖੜਾ ਹੋ ਜਾਂਦਾ। ਸਾਡੇ ਜਿਹੜੇ ਪਹਿਲੇ ਪੈਗੰਬਰ, ਸਾਡੇ ਗੁਰੂ ਨਾਨਕ ਪਾਤਸ਼ਾਹ ਬੜੇ ਕਲੀਅਰ ਕਰ ਦਿੰਦੇ ਆ, ਜਦੋਂ ਉਹ ਸਾਨੂੰ ਇਹ ਬੋਲ ਦਿੰਦੇ ਨਾ ਹਮ ਹਿੰਦੂ ਨਾ ਮੁਸਲਮਾਨ। ਉਹ ਬੜਾ ਕਲੀਅਰ ਕੱਟ ਕਹਿ ਦਿੰਦੇ ਕਿ ਨਾ ਮੈਂ ਹਿੰਦੂ ਹਾਂ ਨਾ ਮੈਂ ਮੁਸਲਮਾਨ ਹਾਂ। ਫਿਰ ਵੀ ਇਹ ਸਵਾਲ ਸਾਡੇ ਸਾਹਮਣੇ ਖੜਾ। ਜਦੋਂ ਉਪਨਇਨ, ਜਿਹੜੀ ਜਨੇਊ ਪਾਉਣ ਦੀ ਜਿਹੜੀ ਇੱਕ ਵਿਧੀ ਆ, ਉਹਨੂੰ ਉਪਨਇਨ ਕਿਹਾ ਜਾਂਦਾ ਹੈ ਸੰਸਕ੍ਰਿਤ ਦੇ ਵਿੱਚ। ਤੇ ਉਹ ਉਸ ਵਿਧੀ ਦਾ ਮਤਲਬ ਸਿਰਫ ਇਹ ਨਹੀਂ ਕਿ ਜਨੇਊ ਧਾਰ ਦਿੱਤਾ। ਉਸ ਦਾ ਮਤਲਬ ਇਹ ਹੈ ਕਿ ਤੁਸੀਂ ਇੱਕ ਪੰਡਿਤ ਨੂੰ ਆਪਣਾ ਗੁਰੂ ਬਣਾਉਣਾ ਜੋ ਤੁਹਾਨੂੰ ਵੇਦਾਂ ਦਾ ਗਿਆਨ ਦਊਗਾ। ਗੁਰੂ ਨਾਨਕ ਪਾਤਸ਼ਾਹ ਚਾਹੁੰਦੇ ਤਾਂ ਉਹ ਆਪਣੇ ਫਾਦਰ ਸਾਹਿਬ ਨੂੰ ਪਹਿਲਾਂ ਹੀ ਕਹਿ ਦਿੰਦੇ ਵੀ ਮੈਂ ਨਹੀਂ ਇਹ ਕੰਮ ਕਰਨਾ। ਉਹ ਇੰਜ ਨਹੀਂ ਕਰਦੇ, ਉਹ ਸਾਰਿਆਂ ਨੂੰ ਇਕੱਠਾ ਕਰਦੇ ਆ। ਉਹ ਪਹਿਲਾਂ ਉਹਨਾਂ ਦੇ ਫਾਦਰ ਨੇ ਪਹਿਲਾਂ ਘਰ 'ਚ ਸਲਾਹ ਕੀਤੀ ਹੋਊਗੀ। ਉਹ ਕਹਿੰਦੇ ਕਿ ਆ ਲੈਣ ਦਿਓ। ਜਦੋਂ ਸਾਰਾ ਇਕੱਠ ਹੋ ਜਾਂਦਾ ਤੇ ਇਕੱਠ ਦੇ ਵਿੱਚ ਉਹ ਬੋਲਦੇ ਆ ਕਿ ਹਮ ਹਿੰਦੂ ਨਹੀਂ, ਮੈਂ ਜਨੇਊ ਨਹੀਂ ਪਾਉਣਾ ਕਿਉਂਕਿ ਮੈਂ ਵੇਦ ਹੀ ਨਹੀਂ ਪੜ੍ਹਨੇ। ਉਪਨਇਨ ਦੀ ਜਿਹੜੀ ਵਿਧੀ ਆ, ਜੋ ਉਹਨਾਂ ਨੇ ਉਪਨਇਨ ਨੂੰ ਮਨਾ ਕੀਤਾ, ਜੋ ਉਹਨਾਂ ਨਹੀਂ ਪਾਏ, ਉਹਦੇ ਪਿੱਛੇ ਇੱਕ ਬਹੁਤ ਵੱਡੀ ਫਿਲਾਸਫੀ ਆ। ਸਿੰਪਲੀ ਆਪਣੇ ਫਾਦਰ ਨੂੰ ਇਹ ਕਹਿ ਦੇਣਾ ਕਿ ਮੈਂ ਤੁਹਾਡੇ ਇਸ ਕੰਮ ਦੇ ਵਿੱਚ ਸ਼ਾਮਿਲ ਨਹੀਂ। ਉਹਨਾਂ ਦਾ ਇੰਡੀਵਿਜੂਅਲ ਪੱਖ ਹੋਣਾ ਸੀ, ਪਰ ਉਹਨਾਂ ਨੂੰ ਪੂਰੀ ਸੰਗਤ ਦੇ ਵਿੱਚ ਬੋਲਣਾ ਉਹ ਇੱਕ ਸੁਨੇਹਾ ਸੀ, ਇੱਕ ਸੰਦੇਸ਼ ਸੀ। ਹੁਣ ਇਸ ਤੋਂ ਹੀ ਅੱਗੇ ਜਦੋਂ ਆਪਾਂ ਅੱਗੇ ਚੱਲਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬੈਠ ਕੇ ਭਗਤ ਕਬੀਰ ਜੀ ਜਿਹੜੇ ਸਾਨੂੰ ਦੱਸਦੇ ਨੇ, ਹਮਰਾ ਝਗੜਾ ਰਹਾ ਨਾ ਕੋ ਪੰਡਿਤ ਮੁੱਲਾ ਛਾਡੇ ਦੋ। ਉਹ ਦੋਨਾਂ ਨੂੰ ਹੀ ਛੱਡਦੇ ਆ। ਉਹ ਦੱਸਦੇ ਆ ਕਿ ਮੇਰਾ ਇਹਨਾਂ ਦੋਵਾਂ ਨਾਲ ਕੋਈ ਝਗੜਾ ਨਹੀਂ। ਉਸ ਤੋਂ ਅਗਲੇ ਅੰਗ ਦੇ ਉੱਤੇ ਉਹ ਫਰਮਾਉਂਦੇ ਨੇ, ਪੰਡਿਤ ਮੁੱਲਾ ਜੋ ਲਿਖ ਦਿਆ ਛਾੜ ਚਲੇ ਹਮ ਕਛੂ ਨਾ ਲਿਆ। ਨਾ ਉਹ ਪੰਡਿਤ ਕੋਲੋਂ ਕੁਛ ਲੈਂਦੇ ਆ, ਨਾ ਉਹ ਮੁਸਲਮਾਨ ਕੋਲੋਂ ਕੁਛ ਲੈਂਦੇ ਆ। ਜਿਹੜਾ ਮੈਂ ਅੱਗੇ ਡਿਸਕਸ ਕਰੂੰਗੀ, ਜਿਹੜੀ ਇੱਕ ਬਾਰ-ਬਾਰ ਗੱਲ ਆਉਂਦੀ ਆ ਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਆ ਉਹ ਵੇਦਾਂ ਦਾ ਸਾਰ ਆ, ਤਾਂ ਉਹ ਇੱਥੇ ਹੀ ਖੰਡਨ ਹੋ ਜਾਂਦਾ। ਪਰ ਫਿਰ ਵੀ ਉਸ ਤੋਂ ਬਾਅਦ ਜਦੋਂ ਭਾਈ ਗੁਰਦਾਸ ਜੀ ਜਿਹੜੇ ਹੈਗੇ ਉਹ ਸਾਫ਼-ਸਾਫ਼ ਸਾਨੂੰ ਦੱਸਦੇ ਆ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਹੁਣ ਇਹ ਸਾਡੇ ਕੋਲ ਇੱਕ ਕੰਟੀਨਿਊਟੀ ਵਿੱਚ ਆ ਰਿਹਾ। ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਬਾਰ-ਬਾਰ ਇਹ ਗੱਲ ਸਾਨੂੰ ਦੱਸੀ ਜਾ ਰਹੀ ਹੈ ਕਿ ਇਹ ਸੇਮ ਕੌਮ ਨਹੀਂ। ਇੱਕ ਬਹੁਤ ਵੱਡੀ ਹੋਰ ਡਿਬੇਟ ਵੀ ਹੈਗੀ ਆ ਕਿ ਸਿੱਖ ਇੱਕ ਵੱਖਰੀ ਰੇਸ ਵੀ ਹੈ। ਖੈਰ ਅੱਜ ਉਹ ਮੁੱਦਾ ਨਹੀਂ, ਆਪਾਂ ਅੱਜ ਇੱਥੇ ਉਹ ਡਿਸਕਸ ਨਹੀਂ ਕਰ ਸਕਦੇ। ਉਹਦਾ ਬਹੁਤ ਵੱਡਾ ਇੱਕ ਆਪਣਾ ਘੇਰਾ ਹੈ। ਉਸ ਤੋਂ ਬਾਅਦ ਇਹ ਤਾਂ ਸਾਰਾ ਕੁਝ ਹੋ ਗਿਆ ਜੋ ਸਾਨੂੰ ਰਿਲੀਜੀਅਸ ਤੱਥ ਸਾਡੇ ਕੋਲ ਹੈ। ਫਿਰ ਲੀਗਲ ਔਰ ਜਿਹੜਾ ਫਾਰਮਲਾਈਜ਼ ਤਰੀਕੇ ਦੇ ਨਾਲ 1946 ਦੇ ਵਿੱਚ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਅਸੈਂਬਲੀ ਹੁੰਦੀ ਆ, ਅਤੇ ਉੱਥੇ ਸਰਦਾਰ ਬੇਅੰਤ ਸਿੰਘ ਕੁੱਕੜ ਵੱਲੋਂ ਜਿਹੜਾ ਮਤਾ ਪੇਸ਼ ਕੀਤਾ ਜਾਂਦਾ, ਮਤਾ ਨੰਬਰ 18, ਉਹ ਹੈ ਸਿੱਖ ਇੱਕ ਵੱਖ ਕੌਮ, ਔਰ ਇਹ ਪਾਸ ਕੀਤਾ ਜਾਂਦਾ। ਯਾਨੀ ਕਿ ਫਾਰਮਲੀ ਇਹ ਐਕਸੈਪਟ ਕੀਤਾ ਜਾਂਦਾ ਹੈ ਕਿ ਸਿੱਖ ਜਿਹੜੀ ਆ ਉਹ ਵੱਖਰੀ ਕੌਮ ਆ। ਗੁਰਬਾਣੀ ਦਾ ਓਟ ਆਸਰਾ ਲੈ ਕੇ ਬਹੁਤ ਸਾਰੇ ਜਿਹੜੇ ਸਿੱਖ ਵਿਦਵਾਨ ਆ ਇਸ ਸਵਾਲ ਦਾ ਜਵਾਬ ਬਾਰ-ਬਾਰ ਦਿੰਦੇ ਆ ਰਹੇ ਨੇ। ਸਿਰਫ ਇੱਥੋਂ ਤੱਕ ਤਾਂ ਇਹ ਹੋ ਗਿਆ ਕਿ ਜਿਹੜੇ SGPC, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ, ਪਰ ਕੁਝ ਹਿੰਦੂ ਸੂਝਵਾਨ ਜਿਹੜੇ ਨਿਰਪੱਖ ਤਰੀਕੇ ਦੇ ਨਾਲ ਆਪਣੀ ਪੂਰੀ ਰਿਸਰਚ ਕਰਦੇ ਆ, ਉਹ ਵੀ ਇਸ ਗੱਲ ਦੇ ਉੱਤੇ ਸਹਿਮਤ ਆ ਕਿ ਸਿੱਖ ਇੱਕ ਵੱਖਰੀ ਕੌਮ ਹੈ। ਇਸ ਦਾ ਹਵਾਲਾ ਮੈਂ ਦਊਂਗੀ ਹਿੰਦੂ ਮਹਾਸਭਾ ਦੇ ਪ੍ਰਧਾਨ ਡਾਕਟਰ ਸਰ ਗੋਕੁਲ ਚੰਦ ਨਾਰੰਗ। ਉਹ ਆਪਣੀ ਪੁਸਤਕ ਟਰਾਂਸਫੋਰਮੇਸ਼ਨ ਆਫ ਸਿੱਖੀਜ਼ਮ ਦੇ ਪੰਨਾ ਨੰਬਰ 135 ਤੇ ਲਿਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵੱਖਰੀ ਕੌਮ ਪੈਦਾ ਕੀਤੀ। ਉਹ ਬੜਾ ਕਲੀਅਰ ਲਿਖ ਦਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵੱਖਰੀ ਕੌਮ ਪੈਦਾ ਕੀਤੀ। ਉਹ ਰੀਜ਼ਨ ਵੀ ਦੱਸਦੇ ਨੇ ਕਿਉਂ ਕੌਮ ਪੈਦਾ ਕੀਤੀ। ਉਹ ਦੱਸਦੇ ਨੇ ਕਿ ਜਿਹੜੇ ਹਿੰਦੂ ਸੀ, ਉਸ ਖਿੱਤੇ ਦੇ ਜਿਹੜੇ ਹਿੰਦੂ ਸੀ, ਉਹ ਬਹੁਤ ਹੋਰ ਭਾਸ਼ਾ, ਹੋਰ ਦਿਸ਼ਾਵਾਂ ਦੇ ਵਿੱਚ ਤਾਂ ਜਾ ਰਹੇ ਸੀ। ਉਹ ਇਕੱਠੇ ਤਾਂ ਸੀ, ਪਰ ਜਿਹੜਾ ਉਹਨਾਂ ਦੇ ਅੰਦਰ ਡਰ ਸੀ ਉਹ ਇਸ ਕਾਰਨ ਸੀ ਕਿਉਂਕਿ ਉਹਨਾਂ 'ਚ ਕੌਮੀਅਤ ਮਾਈਨਸ ਸੀ।
ਉਸ ਕੌਮੀਅਤ ਨੂੰ ਭਰਨ ਲਈ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਕੌਮ ਜਿਹੜੀ ਆ ਉਹ ਸਿਰਜੀ। ਇਹ ਜਿਹੜੇ ਡਾਕਟਰ ਸਰ ਗੋਕੁਲ ਨੰਦ ਨਾਰੰਗ ਜਿਹੜੇ ਹੈਗੇ ਆ, ਇਹ ਉਹਨਾਂ ਦੇ ਵਰਡਸ ਆ, ਸਾਡੇ ਆਪਣੇ ਵਰਡਸ ਨਹੀਂ। ਫਿਰ ਹੁਣ ਗੱਲ ਇਹ ਆਉਂਦੀ ਹੈ ਕਿ ਜਦੋਂ ਇੰਨੀ ਵਾਰੀ ਪ੍ਰੂਵ ਹੋ ਚੁੱਕਾ ਕਿ ਸਿੱਖ ਹਿੰਦੂ ਨਹੀਂ, ਫਿਰ ਬਾਰ-ਬਾਰ ਇਹ ਸਵਾਲ ਕਿਉਂ ਆ ਜਾਂਦਾ? ਵੈਸੇ ਜਿਹੜੇ ਮੇਰੇ ਤੋਂ ਪਹਿਲਾਂ ਦੋ ਸਰਦਾਰ ਸਾਹਿਬ ਬੋਲ ਕੇ ਗਏ ਨੇ, ਉਹ ਬੜੇ ਵਿਦਵਾਨ ਨੇ ਔਰ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਦੱਸਿਆ ਕਿ ਤਰਲੋਚਨ ਸਿੰਘ ਹੋਣਾ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕਿ ਕਿਵੇਂ ਬਾਰ-ਬਾਰ ਹਮਲੇ ਹੁੰਦੇ ਰਹੇ। ਮੈਂ ਥੋੜ੍ਹਾ ਜਿਹਾ ਇਤਿਹਾਸਿਕ ਪੱਖ ਲੈ ਕੇ ਚੱਲੂੰਗੀ ਕਿਉਂਕਿ ਅੱਗੇ ਸਾਰਾ ਕੰਮ ਹੀ ਉਹਦੇ ਉੱਤੇ ਆਊਗਾ। ਸਾਨੂੰ ਇਹ ਸਵਾਲ ਸਭ ਤੋਂ ਪਹਿਲਾਂ ਪਿਆ ਕਦੋਂ? ਬੇਸ਼ੱਕ ਸਾਡੀ ਫਿਲਾਸਫੀ ਨਾਲ, ਸਾਡੀ ਆਈਡੀਓਲੋਜੀ ਦੇ ਨਾਲ ਟਕਰਾਵ ਤਾਂ ਬਹੁਤ ਪਹਿਲਾਂ ਦਾ ਸੀ। ਸ਼ਾਇਦ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਪਾਉਣ ਤੋਂ ਮਨਾ ਕੀਤਾ ਉਸੇ ਦਿਨ ਤੋਂ ਹੀ ਟਕਰਾਵ ਸੀ। ਪਰ ਸਾਨੂੰ ਇਹ ਫਾਰਮਲ ਸਵਾਲ ਪਿਆ ਕਦੋਂ ਕਿ ਸਿੱਖ ਹਿੰਦੂ ਹੈ ਜਾਂ ਨਹੀਂ? 1875 ਦੇ ਵਿੱਚ ਜਦੋਂ ਦਇਆਨੰਦ ਸਰਸਵਤੀ ਆਰਿਆ ਸਮਾਜ ਲਾਹੌਰ ਦੀ ਸਥਾਪਨਾ ਕਰ ਦਿੰਦੇ ਆ, ਉਸ ਤੋਂ ਬਾਅਦ ਉਹਨਾਂ ਦੀ ਇੱਕ ਪ੍ਰੋਪਰ ਜਿਹੜੇ ਉਹਨਾਂ ਦੇ ਲੈਕਚਰ ਸੀਰੀਜ਼ ਨੂੰ ਇਕੱਠੀ ਕਰਕੇ ਇੱਕ ਕਿਤਾਬ ਬਣਾਈ ਜਾਂਦੀ ਹੈ, ਦਇਆਨੰਦ ਸਰਸਵਤੀ ਦੀ ਜਿਹੜੀ ਹੈ ਸਤਿਆਰਥ ਪ੍ਰਕਾਸ਼। ਉਸ ਕਿਤਾਬ ਤੋਂ ਬਾਅਦ ਇੱਕ ਫਲਸਫਾ ਜਿਹੜਾ ਸਾਰੇ ਪਾਸੇ ਖਿਲਾਰਨਾ ਸ਼ੁਰੂ ਕੀਤਾ ਜਾਂਦਾ ਹੈ ਕਿ ਸਿੱਖ ਹਿੰਦੂ ਹੀ ਹਨ। 1898 ਦੇ ਵਿੱਚ ਫਿਰ ਇੱਕ ਜਿਹੜਾ ਸਨਾਤਨੀ ਸਿੱਖ ਹੈ, ਜਿਹੜੇ ਸਿੰਘ ਸਭਾ ਅੰਮ੍ਰਿਤਸਰ ਦੇ ਨਾਲ ਐਸੋਸੀਏਟਡ ਸੀ, ਠਾਕੁਰ ਦਾਸ, ਉਹ ਆਪਣਾ ਇੱਕ ਪਰਚਾ ਲਿਖਦੇ ਨੇ। ਉਸ ਪਰਚੇ ਦਾ ਸਿਰਲੇਖ ਹੁੰਦਾ ਹੈ ਹਮ ਹਿੰਦੂ ਹੈਂ, ਜਿਸ ਦਾ ਉੱਤਰ 1899 ਦੇ ਵਿੱਚ ਅਗਲੇ ਹੀ ਸਾਲ ਭਾਈ ਕਾਹਨ ਸਿੰਘ ਨਾਭਾ ਬੜੇ ਗੁਰਬਾਣੀ ਦੇ ਹਵਾਲੇ ਦੇ ਕੇ ਦੱਸਦੇ ਨੇ ਕਿ ਹਮ ਹਿੰਦੂ ਨਹੀਂ, ਉਹ ਪ੍ਰੂਵ ਕਰਦੇ ਨੇ ਆਪਣੀ ਅਗਲੇ ਸਾਲ ਦੇ ਪਰਚੇ ਦੇ ਵਿੱਚ। ਥੋੜ੍ਹਾ ਫਾਸਟ ਫਾਰਵਰਡ ਆ ਜਾਈਏ ਤਾਂ 100 ਸਾਲ ਬਾਅਦ 1989 ਦੇ ਵਿੱਚ ਇੱਕ ਕਿਤਾਬ ਦੁਬਾਰਾ ਲਿਖੀ ਜਾਂਦੀ ਹੈ ਰਜਿੰਦਰ ਸਿੰਘ ਨਿਰਾਲਾ ਵੱਲੋਂ। ਉਹਦਾ ਵੀ ਸਿਰਲੇਖ ਇਹੀ ਹੈ, ਹਮ ਹਿੰਦੂ ਹੈ। ਅਤੇ ਉਸ ਕਿਤਾਬ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਪ੍ਰਿੰਸੀਪਲ ਲਾਭ ਸਿੰਘ ਹੁਣਾਂ ਨੂੰ ਭੇਜ ਕੇ ਉਹਦਾ ਖੰਡਨ ਕਰਵਾਉਂਦੀ ਆ, ਅਤੇ ਕਿਤਾਬ ਜਿਹੜੀ ਦੁਬਾਰਾ ਛਪਦੀ ਹੈ ਉਸ ਦਾ ਫਿਰ ਸਿਰਲੇਖ ਹੁੰਦਾ ਹਮ ਹਿੰਦੂ ਨਹੀਂ। 10 ਸਾਲ ਬਾਅਦ ਰਜਿੰਦਰ ਸਿੰਘ ਨਿਰਾਲਾ ਇੱਕ ਹੋਰ ਕਿਤਾਬ ਲਿਖਦੇ ਆ, ਉਸ ਦਾ ਸਿਰਲੇਖ ਹੈ ਹਮ ਹਿੰਦੂ ਹੈ ਭਾਗ ਦੂਜਾ। ਔਰ ਉਹ ਲਿਖਣ ਲੱਗਿਆਂ ਬੋਲਦੇ ਆ ਕਿ ਮੈਂ ਇਸ ਕਰਕੇ ਲਿਖਣੀ ਪੈ ਰਹੀ ਹੈ ਕਿਉਂਕਿ ਮੈਨੂੰ ਪ੍ਰਿੰਸੀਪਲ ਲਾਭ ਸਿੰਘ ਦੀ ਜਿਹੜੀ ਵੋਕੈਬਲਰੀ ਆ ਉਹ ਚੰਗੀ ਨਹੀਂ ਲੱਗੀ, ਮੈਨੂੰ ਉਹਨਾਂ ਦੀ ਸ਼ਬਦਾਵਲੀ ਚੰਗੀ ਨਹੀਂ ਲੱਗੀ। ਉੱਥੇ ਉਹ ਫਿਰ ਦੁਬਾਰਾ ਕੋਸ਼ਿਸ਼ ਕਰਦੇ ਆ ਇਹੀ ਸਾਡੇ ਗੁਰਮਤ ਨੂੰ, ਸਾਡੀ ਗੁਰਬਾਣੀ ਨੂੰ ਤੋੜ ਮਰੋੜ ਕੇ ਉਹਦੀ ਵਿਆਖਿਆ ਕਰਕੇ ਦੱਸਣ ਦੀ ਕਿ ਅਸੀਂ ਹਿੰਦੂ ਹਾਂ। ਖੈਰ, ਅੱਜ ਅਸੀਂ 2019 'ਚ ਖੜ੍ਹੇ ਹਾਂ। ਸਾਡੇ ਸਾਹਮਣੇ ਸਵਾਲ ਅੱਜ ਵੀ ਉਹੀ ਹੈ ਕਿ ਹਮ ਹਿੰਦੂ ਹੈ, ਹਮ ਹਿੰਦੂ ਨਹੀਂ। ਅੱਜ ਵੀ ਸਵਾਲ ਉਹੀ ਹੈ, ਸਿੱਖ ਹਿੰਦੂ ਨਹੀਂ। ਸਾਡਾ ਜਵਾਬ ਹੈ ਸਿੱਖ ਹਿੰਦੂ ਨਹੀਂ, ਉਹਨਾਂ ਦਾ ਸਵਾਲ ਹੈ ਸਿੱਖ ਹਿੰਦੂ ਹੈ। ਹੁਣ ਮੈਂ ਆਪਣੀ ਜਿਹੜੀ ਤੁੱਛ ਜੀ ਬੁੱਧੀ ਹੈ ਉਹਦੇ ਨਾਲ ਮੈਂ ਆਪਣੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇੱਕ ਫਲਸਫਾ, ਇੱਕ ਗੱਲ ਦੇ ਉੱਤੇ ਆਪਾਂ ਬਹਿਸ ਕਰਨ ਲੱਗੇ ਹਾਂ ਕਿ ਬਹੁਤ ਸਾਰੇ ਗੁਰਮਤ ਦੇ ਅਕੋਰਡਿੰਗ ਆਨਸਰ ਦਿੱਤੇ ਜਾ ਚੁੱਕੇ ਕਿ ਹਮ ਹਿੰਦੂ ਨਹੀਂ, ਸਿੱਖ ਹਿੰਦੂ ਨਹੀਂ, ਇਹ ਆਪਾਂ ਦੇ ਚੁੱਕੇ। ਮੈਂ ਆਪਣੀ ਛੋਟੀ ਜੀ ਬੁੱਧੀ, ਆਪਣੀ ਤੁੱਛ ਜੀ ਬੁੱਧੀ ਦਾ ਇਸਤੇਮਾਲ ਕਰਕੇ ਇਸ ਸਵਾਲ ਨੂੰ ਥੋੜ੍ਹਾ ਪੁੱਠਾ ਕਰਕੇ ਦੇਖਣਾ ਚਾਹੁੰਦੀ, ਥੋੜ੍ਹਾ ਉਲਟਾ ਕੇ ਦੇਖਣਾ ਚਾਹੁੰਦੀ ਹਾਂ। ਮੈਂ ਇਹ ਦੇਖਣਾ ਚਾਹੁੰਦੀ ਹਾਂ ਕਿ ਹਿੰਦੂ ਕੌਣ ਆ? ਜੋ ਸਬਜੈਕਟ ਆਫ ਕੌਨਫਲਿਕਟ ਹੈ, ਹਮ ਹਿੰਦੂ ਹੈ, ਉਹਦੇ ਵਿਚਲਾ ਹਿੰਦੂ ਹੈ ਕੌਣ? ਸਾਨੂੰ ਇਹ ਸਵਾਲ ਕੌਣ ਪਾਉਂਦਾ? ਸਾਨੂੰ ਸਵਾਲ ਪਾਉਂਦਾ ਆਰਿਆ ਸਮਾਜੀ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਪਹਿਲਾਂ ਵੀ ਇੱਕ ਕੌਨਫਲਿਕਟ ਤਾਂ ਰਿਹਾ ਹੋਊਗਾ, ਕਿਉਂਕਿ ਜਦੋਂ ਗੁਰੂ ਮਹਾਰਾਜ ਨੇ ਉਹਨਾਂ ਦੀਆਂ ਕਦਰਾਂ ਕੀਮਤਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਇੱਕ ਕੌਨਫਲਿਕਟ ਤਾਂ ਪੱਕਾ ਰਿਹਾ ਹੋਊਗਾ। ਪਰ ਉਹ ਜਿਹੜਾ ਕੌਨਫਲਿਕਟ ਸੀ ਉਹ ਕਦੇ ਵੀ ਫਾਰਮਲਾਈਜ਼ ਨਹੀਂ ਹੋਇਆ। ਫਾਰਮਲ ਕੁਐਸਚਨ ਸਾਨੂੰ 1875 ਦੇ ਵਿੱਚ ਆਰਿਆ ਸਮਾਜ ਦੇ ਰਿਹਾ ਹੈ। ਹੁਣ ਇੱਕ ਇੰਟਰਸਟਿੰਗ ਗੱਲ ਇੱਥੇ ਇਹ ਹੈ ਕਿ ਆਰਿਆ ਸਮਾਜੀ ਖੁਦ ਨੂੰ ਹਿੰਦੂ ਕਹਿਣਾ ਪਸੰਦ ਨਹੀਂ ਕਰਦੇ। ਤੁਹਾਨੂੰ ਇਹ ਪ੍ਰੂਵ ਕਰਨ ਲਈ ਗੱਲ ਕਹਿੰਦੇ ਆ ਕਿ ਤੁਸੀਂ ਹਿੰਦੂ ਹੋ, ਪਰ ਖੁਦ ਨੂੰ ਹਿੰਦੂ ਨਹੀਂ ਕਹਿਣਾ ਪਸੰਦ ਕਰਦੇ। ਇਹਦਾ ਮੈਂ ਐਗਜ਼ਾਮਪਲ, ਵੈਸੇ ਤਾਂ ਬਹੁਤ ਸਾਰੀਆਂ ਐਗਜ਼ਾਮਪਲਸ ਨੇ, ਪਰ ਇੱਕ ਜਿਹੜੀ ਕੋਟ ਮੈਂ ਕਰੂੰਗੀ ਉਹ ਲਾਲਾ ਲਾਜਪਤ ਰਾਏ ਦੀ 1915 ਵਿੱਚ ਛਪੀ ਕਿਤਾਬ ਆਰਿਆ ਸਮਾਜ। ਉਹਦੇ ਵਿੱਚ ਉਹ ਬਹੁਤ ਬੜੇ ਕਲੀਅਰ ਕੱਟ ਪੰਨਾ ਨੰਬਰ 29 ਦੇ ਉੱਤੇ ਲਿਖਦੇ ਨੇ। ਮੈਂ ਟਰਾਂਸਲੇਸ਼ਨ ਦੱਸਦੀ ਹਾਂ, ਵੈਸੇ ਇੰਗਲਿਸ਼ ਦੇ ਵਿੱਚ ਕਿਤਾਬ ਆ। ਟਰਾਂਸਲੇਸ਼ਨ ਦੇ ਵਿੱਚ ਉਹਦਾ ਮਤਲਬ ਇਹ ਨਿਕਲਦਾ ਹੈ ਕਿ ਕੁਝ ਸਮੇਂ ਤੱਕ ਆਰਿਆ ਸਮਾਜੀ ਆਪਣੇ ਆਪ ਨੂੰ ਹਿੰਦੂ ਜਾਂ ਹਿੰਦੂਇਜ਼ਮ ਤੋਂ ਬਿਲਕੁਲ ਤੋੜ ਕੇ ਦੇਖਣਾ ਚਾਹੁੰਦੇ ਸਨ। ਪਰ ਫਿਰ ਉਹ ਕਿਉਂ ਦੇਖਣਾ ਚਾਹੁੰਦੇ ਸੀ? ਉਹ ਕਹਿੰਦੇ ਕਿਉਂਕਿ ਹਿੰਦੂ ਜਿਹੜਾ ਵਰਡ ਆ ਉਹਨਾਂ ਨੂੰ ਪਸੰਦ ਨਹੀਂ ਸੀ। ਕਿਉਂ? ਕਿਉਂਕਿ ਹਿੰਦੂ ਦਾ ਮਤਲਬ ਸਲੇਵ ਹੁੰਦਾ ਆ, ਗੁਲਾਮ ਹੁੰਦਾ ਆ। ਇਹ ਮੇਰੀ ਵਰਡਿੰਗ ਨਹੀਂ ਹੈ, ਲਾਲਾ ਲਾਜਪਤ ਰਾਏ ਦੀ, ਜੋ ਖੁਦ ਆਰਿਆ ਸਮਾਜੀ ਸੀ, ਉਹਨਾਂ ਦੀ ਵਰਡਿੰਗ ਹੈ ਕਿ ਅਸੀਂ ਹਿੰਦੂ ਜਿਹੜੇ ਆ, ਅਸੀਂ ਹਿੰਦੂ ਦੇ ਨਾਲ ਨਹੀਂ ਲੱਗਣਾ ਚਾਹੁੰਦੇ। ਕਿਉਂ? ਕਿਉਂਕਿ ਹਿੰਦੂ ਜਿਹੜਾ ਵਰਡ ਹੈ ਉਹਦਾ ਮਤਲਬ ਹੈ ਗੁਲਾਮ, ਅਤੇ ਸਾਨੂੰ ਫੋਰਨਰਸ ਨੇ ਦਿੱਤਾ ਹੈ।
ਇਸ ਕਰਕੇ ਹੁਣ ਅਗਲਾ ਸਵਾਲ ਇਹ ਖੜਾ ਹੁੰਦਾ ਕਿ ਜੇ ਉਹ ਚਾਹੁੰਦੇ ਨਹੀਂ ਸੀ, ਜੇ ਉਹ ਚਾਹੁੰਦੇ ਹੀ ਨਹੀਂ ਸੀ ਆਪਣੇ ਆਪ ਨੂੰ ਹਿੰਦੂਆਂ ਦੇ ਨਾਲ ਮਿਲਾ ਕੇ ਦੇਖਣਾ, ਫਿਰ ਐਸਾ ਕੀ ਹੋ ਗਿਆ ਕਿ ਉਹਨਾਂ ਨੇ ਆਪਣੇ ਆਪ ਨੂੰ ਹਿੰਦੂਆਂ ਨਾਲ ਮਿਲਾ ਲਿਆ, ਫਿਰ ਉਹ ਆਰਿਆ ਸਮਾਜ ਹਿੰਦੂ ਹੀ ਬਣ ਗਏ, ਐਸਾ ਕੀ ਹੋ ਗਿਆ? ਹੁਣ ਇਸ ਦਾ ਜਵਾਬ ਸਾਨੂੰ ਮੈਕਲੈਗਨ ਦੀ ਰਿਪੋਰਟ 'ਚੋਂ ਮਿਲੂਗਾ। ਮੈਕਲੈਗਨ ਜੋ ਹੈ ਉਹ ਸੈਂਸਸ ਕਮਿਸ਼ਨਰ ਆਫ ਪੰਜਾਬ ਹੈ। ਉਹਦੀ ਰਿਪੋਰਟ 1910 ਦੀ, ਉਹਦੇ ਵਿੱਚ ਉਹ ਲਿਖਦਾ ਹੈ ਕਿ ਅਸੀਂ ਜਦੋਂ ਸੈਂਸਸ ਹੋਣ ਲੱਗਾ ਤਾਂ ਅਸੀਂ ਆਰਿਆ ਸਮਾਜੀਆਂ ਨੂੰ, ਹੈ ਇੰਗਲਿਸ਼ ਵਿੱਚ, ਮੈਂ ਟਰਾਂਸਲੇਟਡ ਫਾਰਮਸ ਦੱਸ ਰਹੀ ਸਾਰੀਆਂ, ਉਹ ਦੱਸਦਾ ਹੈ ਕਿ ਜਦੋਂ ਸੈਂਸਸ ਹੋਣਾ ਸੀ ਤੇ ਅਸੀਂ ਸਾਰਿਆਂ ਨੂੰ, ਇੱਕ ਆਰਿਆ ਸਮਾਜ ਨੂੰ ਇੱਕ ਚਿੱਠੀ ਪਾਈ ਜਿਹਦੇ ਵਿੱਚ ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਅਸੀਂ ਹਿੰਦੂਆਂ ਦੇ ਨਾਲ ਰੱਖੀਏ, ਤੁਹਾਡੀ ਗਿਣਤੀ ਹਿੰਦੂਆਂ ਦੇ ਨਾਲ ਕਰੀਏ, ਜਾਂ ਫਿਰ ਅਸੀਂ ਤੁਹਾਡੀ ਗਿਣਤੀ ਇਕੱਲਿਆਂ ਦੀ ਕਰੀਏ। ਤੇ ਜਿੱਥੇ ਉਹਨਾਂ ਨੇ ਬੜਾ ਹੀ ਸੋਚ ਵਿਚਾਰ ਕੇ ਜਵਾਬ ਦਿੱਤਾ ਕਿ ਨਹੀਂ ਜੀ, ਸਾਡੀ ਗਿਣਤੀ ਹਿੰਦੂਆਂ ਦੇ ਨਾਲ ਕਰੋ। ਕਿਉਂ ਕਰੋ? ਉਹ ਦੱਸਦਾ ਹੈ, ਆਫ ਕੋਰਸ, ਮੈਂ ਇਹ ਐਜ਼ ਇਟ ਇਜ਼ ਪੜੂੰਗੀ, ਆਫ ਕੋਰਸ ਦੀ ਆਰੀਆਜ਼ ਡੂ ਨਾਟ ਰਿਗਾਰਡ देयर ਫੇਥ ਐਜ਼ ਅ ਸੈਕਟ, considering that the term Hindu has come to be universally accepted as representing the religious and social practices of people known as Hindus, no course was open but to treat the Arya Samaj as a sect. ਉਹ ਕਹਿੰਦਾ ਕਿ ਉਹ ਇਸ ਲਈ ਮੰਨ ਗਏ ਕਿਉਂਕਿ ਉਹਨਾਂ ਕੋਲ ਹੋਰ ਕੋਈ ਵਿਕਲਪ ਬਚਿਆ ਨਹੀਂ ਸੀ। ਜਾਂ ਤਾਂ ਉਹ ਆਪਣੇ ਆਪ ਨੂੰ ਇੱਕ ਛੋਟਾ ਜਿਹਾ ਗਰੁੱਪ ਬਣਾ ਲੈਂਦੇ, ਜੋ ਕਿ ਦਇਆਨੰਦ ਸਰਸਵਤੀ ਕਦੀ ਨਹੀਂ ਸੀ ਚਾਹੁੰਦੇ। ਦਇਆਨੰਦ ਸਰਸਵਤੀ ਇਹ ਬੋਲਦੇ ਆ ਕਿ ਮੈਂ ਇੱਕ ਦਿਨ ਪੂਰੀ ਦੁਨੀਆ ਨੂੰ ਆਰਿਆ ਬਣਿਆ ਦੇਖਣਾ ਚਾਹੁੰਦਾ। ਇਹ ਉਹਨਾਂ ਦੀ, ਦਇਆਨੰਦ ਸਰਸਵਤੀ ਦੀ ਵਰਡਿੰਗ ਆ। ਤਾਂ ਉਹ ਆਪਣੇ ਆਪ ਨੂੰ ਕਦੀ ਵੀ ਇੱਕ ਗਰੁੱਪ ਤੱਕ ਸੀਮਿਤ ਕਰਕੇ ਨਹੀਂ ਰੱਖ ਸਕਦੇ ਸੀ। ਸੋ ਹੁਣ ਬੜਾ ਸੋਚ ਸਮਝ ਕੇ ਜਿਹੜੀ ਇੱਕ ਆਈਡੈਂਟਿਟੀ ਨੂੰ ਨੈਗੋਸ਼ੀਏਟ ਕੀਤਾ ਗਿਆ ਹਿੰਦੂਆਂ ਦੇ ਵਿੱਚ ਵੜਨ ਲਈ। ਕੁਝ ਆਪਣਾ ਹਿੰਦੂਆਂ ਨੂੰ ਦਿੱਤਾ ਗਿਆ ਅਤੇ ਕੁਝ ਉਹਨਾਂ ਆਪਣੀਆਂ ਜਿਹੜੀਆਂ ਵਿਚਾਰਧਾਰਾਵਾਂ ਉਹਨਾਂ ਨੂੰ ਮੋਲਡ ਕਰਕੇ, ਉਹਨਾਂ ਨੂੰ ਬਦਲ ਕੇ ਹਿੰਦੂਆਂ ਦੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਗਈ। ਵੜੇ ਵੀ, ਕਾਮਯਾਬ ਵੀ ਹੋਏ। ਅੱਜ ਆਰਿਆ ਸਮਾਜ ਔਰ ਹਿੰਦੂ ਇੱਕ ਹੀ ਮੰਨੇ ਜਾਂਦੇ ਆ। ਹੁਣ ਇਸ ਗੱਲ ਦੀ ਵੀ ਅੱਗੇ ਜਦੋਂ ਪੰਡਿਤ ਹਰਿਕ੍ਰਿਸ਼ਨ ਕੌਲ ਜਿਹੜੇ ਹੈਗੇ ਆ ਨਾ, ਉਹ ਇਹਦੀ ਡਿਸਕ੍ਰਿਪਸ਼ਨ ਦਿੰਦੇ ਆ। ਪੰਡਿਤ ਹਰਿਕ੍ਰਿਸ਼ਨ ਕੌਲ ਇਹ ਬੋਲਦੇ ਆ ਕਿ ਜਦੋਂ ਕੁਛ ਸਮੇਂ ਪਸ਼ਚਾਤ, ਕੁਛ ਸਮੇਂ ਦੇ ਬਾਅਦ ਹੋਇਆ ਕਿ ਆਰਥੋਡਾਕਸ ਹਿੰਦੂ, ਉਹ ਆਰਿਆ ਸਮਾਜ ਨੂੰ ਆਰਥੋਡਾਕਸ ਨਹੀਂ ਕਹਿੰਦੇ। ਇਹ ਵਰਡ ਬਹੁਤ ਇੰਪੋਰਟੈਂਟ ਹੈ, ਇਹਨੂੰ ਆਪਣੇ ਦਿਮਾਗ 'ਚ ਰੱਖ ਲੈਣਾ, ਮੈਂ ਅੱਗੇ ਇਹਦੇ ਬਾਰੇ ਗੱਲ ਕਰੂੰਗੀ। ਉਹ ਕਹਿੰਦੇ ਜੋ ਆਰਥੋਡਾਕਸ ਹਿੰਦੂ ਹੈ ਉਹ ਆਰਿਆ ਸਮਾਜੀਆਂ ਦੇ ਨਾਲ ਸਹਿਮਤ ਹੋ ਗਿਆ ਅਤੇ ਆਰਿਆ ਸਮਾਜੀਆਂ ਨੇ ਵੀ ਆਪਣਾ ਕ੍ਰਿਟਿਸਿਜ਼ਮ ਜਿਹੜਾ ਹੈ ਹਿੰਦੂਇਜ਼ਮ ਦਾ, ਉਹ ਥੋੜ੍ਹਾ ਘੱਟ ਕਰ ਦਿੱਤਾ, ਥੋੜ੍ਹਾ ਨਾਜ਼ੁਕ ਕਰ ਦਿੱਤਾ। ਇਹਦੇ ਵਿੱਚੋਂ ਨਿਕਲਿਆ ਕੀ? ਉਹ ਬੋਲਦੇ ਆ, ਐਂਡ ਟੂ ਕਮਿਊਨਿਟੀਜ਼ ਸਟਾਰਟਿਡ ਵਰਕਿੰਗ ਟੂਗੈਦਰ ਇਨ ਸੈਵਰਲ ਲਾਈਨਸ such as the revival of ancient festivals and the promotion of study of Hindi and Sanskrit. ਇਹ ਦੋਨੋਂ ਇਕੱਠੇ ਹੋ ਗਏ। ਹੁਣ ਅਗਰ ਆਰਿਆ ਸਮਾਜ ਇਕੱਲਾ ਰਹਿ ਜਾਂਦਾ ਔਰ ਹਿੰਦੂ ਧਰਮ ਇਕੱਲਾ ਅਲੱਗ ਹੋ ਜਾਂਦਾ, ਹਿੰਦੂ ਮੈਜੋਰਿਟੀ ਸੀ, ਆਰਿਆ ਸਮਾਜ ਮਾਈਨੋਰਿਟੀ ਹੋ ਜਾਣਾ ਸੀ। ਉਹਨਾਂ ਨੂੰ ਪਹਿਲਾਂ ਉਹਨਾਂ ਦੇ ਸਾਹਮਣੇ ਇਹ ਹੋਣਾ ਸੀਗਾ ਕਿ ਮੈਜੋਰਿਟੀ ਨੂੰ ਸਮਝਾਓ, ਪਰ ਹੁਣ ਤਾਂ ਉਹ ਮੈਜੋਰਿਟੀ ਦੇ ਵਿੱਚ ਵੜ ਗਏ ਨਾ। ਹੁਣ ਤਾਂ ਮੈਜੋਰਿਟੀ ਵੀ ਉਹਨਾਂ ਦੇ ਨਾਲ ਕੰਮ ਕਰਨ ਲੱਗ ਗਈ। ਹੁਣ ਇਸ ਤੋਂ ਕਿ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਬਿਲਕੁਲ ਹਿੰਦੂ ਕਬੂਲ ਲਿਆ, ਉਹਨਾਂ ਨੇ ਸਵੀਕਾਰ ਕਰ ਲਿਆ ਕਿ ਉਹ ਹਿੰਦੂ ਆ। ਕਿਆ ਉਹ ਹਿੰਦੂਆਂ ਦੇ ਵਿੱਚ, ਉਹਨਾਂ ਨੇ ਹਿੰਦੂਆਂ ਨੂੰ ਆਪਣੇ ਨਾਲ ਲੈ ਲਿਆ ਜਾਂ ਉਹ ਹਿੰਦੂਆਂ ਵਿੱਚ ਜਜ਼ਬ ਹੋ ਗਏ? ਬਿਲਕੁਲ ਨਹੀਂ। ਇਹਦਾ ਜਿਹੜਾ ਇਹਦੀ ਜਿਹੜੀ ਪੁਸ਼ਟੀ ਆ ਉਹ ਫਿਰ ਲਾਲਾ ਲਾਜਪਤ ਰਾਏ ਦੀ ਉਹੀ ਕਿਤਾਬ ਆਰਿਆ ਸਮਾਜ ਦਾ ਪੰਨਾ ਨੰਬਰ 30 ਕਰਦਾ ਜੀ। ਆਰਿਆ ਸਮਾਜੀ ਲਾਲਾ ਲਾਜਪਤ ਰਾਏ ਬੜੇ ਕਲੀਅਰ ਕਹਿ ਦਿੰਦੇ ਆ ਕਿ ਠੀਕ ਹੈ, ਜਿੰਨੀ ਉਹਨਾਂ ਦੀ ਮਦਦ ਕਰਨੀ ਆ ਕਰੀ ਚੱਲੋ, ਹਿੰਦੂਇਜ਼ਮ ਇਹਨਾਂ ਦੀ ਹੈਲਪ ਕਰੀ ਚੱਲੋ, ਪਰ ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਕਿ ਆਰਿਆ ਸਮਾਜ ਹਿੰਦੂ ਸਮਾਜ ਦਾ ਹਿੱਸਾ ਬਣ ਜਾਏ ਜਾਂ ਆਰਿਆ ਸਮਾਜ ਹਿੰਦੂ ਸਮਾਜ ਦੇ ਵਿੱਚ ਵੜ ਜਾਏ। ਉਹ ਬੋਲਦੇ ਆ, ਵੀ ਸ਼ੁੱਡ ਡਿਪਲੋਰ ਇਟਸ ਬੀਇੰਗ ਮਰਜਡ ਇਨ ਹਿੰਦੂਇਜ਼ਮ ਔਰ ਐਨੀ ਅਦਰਿਜ਼ਮ। ਜੋ ਆਰਿਆ ਸਮਾਜ ਨਾਲ ਕਰਨਾ ਤੁਹਾਡੀ ਮਰਜ਼ੀ ਹੈ, ਕਰੋ। ਆਰਿਆ ਸਮਾਜ ਨੂੰ ਅੱਗੇ ਨਾਲ ਲੈ ਕੇ ਤੁਸੀਂ ਉਹਨਾਂ ਦੀ ਹੈਲਪ ਕਰਨੀ ਆ, ਹਿੰਦੂਇਜ਼ਮ ਦੇ ਵਿੱਚ ਸੁਧਾਰ ਲੈ ਕੇ ਆਉਣਾ ਤੁਹਾਡੀ ਮਰਜ਼ੀ ਆ, ਕਰ ਸਕਦੇ ਆ, ਪਰ ਆਰਿਆ ਸਮਾਜ ਹਿੰਦੂ ਸਮਾਜ ਦੇ ਵਿੱਚ ਵੜੂਗਾ ਨਹੀਂ। ਜੋ ਬਾਹਰੋਂ ਨਜ਼ਰ ਆ ਰਿਹਾ ਸੀਗਾ ਕਿ ਵਿੱਚ ਹੈ, ਇੱਕੋ ਹੀ ਆ, ਪਰ ਉਹ ਹੈ ਨਹੀਂ ਸੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਆਰਿਆ ਸਮਾਜ ਆਪਣੇ ਆਪ ਨੂੰ ਹਿੰਦੂ ਨਹੀਂ ਕਹਿਲਾਉਣਾ ਚਾਹੁੰਦਾ ਤੇ ਸਾਡੇ ਗਲ ਉਸ ਹਿੰਦੂ ਦੀ ਤਖਤੀ ਕਿਉਂ ਪਾਉਣਾ ਚਾਹੁੰਦਾ? ਹੁਣ ਸਭ ਤੋਂ ਵੱਡਾ ਸਵਾਲ ਇਹ ਹੈ। ਇਸ ਸਵਾਲ ਨੂੰ ਸਮਝਣ ਲਈ, ਇਹਦਾ ਜਵਾਬ ਸਮਝਣ ਲਈ ਸਾਨੂੰ ਉਹਨਾਂ ਦੇ ਆਪਣੇ ਬਾਰੇ ਰਾਏ ਸਮਝਣੀ ਬਹੁਤ ਜ਼ਰੂਰੀ ਆ। ਉਹ ਬਾਰ-ਬਾਰ, ਮੈਂ ਤੁਹਾਨੂੰ ਕਿਹਾ ਸੀਗਾ, ਆਰਥੋਡਾਕਸ ਵਰਡ ਬਹੁਤ ਇੰਪੋਰਟੈਂਟ ਆ। ਉਹ ਹਿੰਦੂ ਨੂੰ ਆਰਥੋਡਾਕਸ ਕਹਿੰਦੇ ਆ। ਜਦੋਂ ਉਹ ਹਿੰਦੂ ਨੂੰ ਆਰਥੋਡਾਕਸ ਕਹਿ ਰਹੇ ਤਾਂ ਆਪਣੇ ਆਪ ਹੀ ਉਹ ਮਾਡਰਨ ਕਹਿ ਰਹੇ ਆ, ਬਿਨਾਂ ਬੋਲੇ, ਕਿਉਂਕਿ ਜੇ ਇੱਕ ਆਰਥੋਡਾਕਸ ਤਾਂ ਦੂਜਾ ਮਾਡਰਨ ਹੋਊਗਾ ਹੀ। ਦੂਸਰੀ ਗੱਲ ਜਿਹੜੀ ਬੜੀ ਇੰਪੋਰਟੈਂਟ ਆ, ਜਦੋਂ ਵੀ ਵਰਡ ਸੁਧਾਰ ਆਉਂਦਾ ਨਾ, ਕਿਤੇ ਵੀ ਜਿੱਥੇ ਵੀ ਸੁਧਾਰ ਵਰਡ ਆਉਂਦਾ, ਉੱਥੇ ਦੋ ਪੈਰਾਡਾਈਮ ਜਿਹੜੇ ਆ ਉਹ ਸੈੱਟ ਹੋ ਜਾਂਦੇ ਆ। ਸੁਧਾਰ ਦਾ ਮਤਲਬ ਹੁੰਦਾ ਇੱਕ ਸੁਧਰਿਆ ਅਤੇ ਇੱਕ ਵਿਗੜਿਆ।
ਜੇ ਤੁਸੀਂ ਵਿਗੜੇ ਹੋਏ ਹੋ ਤਾਂ ਹੀ ਤੁਹਾਨੂੰ ਸੁਧਾਰ ਕੇ ਮੈਂ ਚੰਗਾ ਬਣਾ ਸਕਦੀ ਹਾਂ। ਔਰ ਜਦੋਂ ਇਹ ਪੈਰਾਡਾਈਮ ਸੈੱਟ ਹੁੰਦਾ ਹੈ ਉਦੋਂ ਇੱਕ ਹੋਰ ਪੈਰਾਡਾਈਮ ਨਾਲ ਹੀ ਸੈੱਟ ਹੋ ਜਾਂਦਾ, ਇਨਫੀਰੀਅਰ ਅਤੇ ਸੁਪੀਰੀਅਰ। ਇਨਫੀਰੀਅਰ ਉਹ ਹੈ ਜੋ ਵਿਗੜਿਆ ਹੋਇਆ, ਜਿਹਨੂੰ ਸੁਧਾਰਨ ਦੀ ਲੋੜ ਹੈ, ਅਤੇ ਸੁਪੀਰੀਅਰ ਉਹ ਹੈ ਜੋ ਆਲਰੇਡੀ ਸੁਧਰਿਆ ਹੋਇਆ। ਮੇਰਾ ਸਾਰਾ ਕੰਮ ਅਫਰੀਕਾ ਦੇ ਉੱਤੇ ਹੈ ਔਰ ਮੈਂ ਦੱਸ ਸਕਦੀ ਹਾਂ ਕਿ ਅਫਰੀਕਾ ਨੂੰ ਆਰਥੋਡਾਕਸ ਵਰਡ ਲਾ ਕੇ ਇੰਨਾ ਕੁ ਜ਼ਿਆਦਾ ਲਤਾੜ ਦਿੱਤਾ ਗਿਆ ਕਿ ਯੂਰਪੀਅਨ ਕੰਟਰੀਜ਼ ਨੇ ਉੱਥੇ ਆਪਣੀ ਜਗ੍ਹਾ ਬਣਾ ਲਈ। ਯੂਰਪੀਅਨ ਕੰਟਰੀਜ਼ ਉੱਥੇ ਆ ਕੇ ਆਪਣੇ ਆਪ ਨੂੰ ਇਸਟੈਬਲਿਸ਼ ਕਰ ਪਾਈਆਂ, ਸਿਰਫ ਉਹਨਾਂ ਨੂੰ ਆਰਥੋਡਾਕਸ ਤੋਂ ਮਾਡਰਨ ਬਣਾਉਣ ਦੇ ਚੱਕਰ ਦੇ ਵਿੱਚ। ਹੁਣ ਇਹੀ ਇੱਥੇ ਹੋਇਆ, ਹਿੰਦੂਆਂ ਨੂੰ ਉਹਨਾਂ ਨੇ ਆਰਥੋਡਾਕਸ ਹਿੰਦੂ ਕਿਹਾ, ਉਹਨਾਂ ਦੀ ਸੁਧਾਰ ਲਹਿਰ ਚਲਾਈ। ਉਹਨਾਂ ਨੇ ਕਿਹਾ ਕਿ ਆਰਿਆ ਸਮਾਜ ਜਿਹੜੀ ਹੈ ਸੁਧਾਰ ਲਹਿਰ ਹੈ, ਵਿਗੜੇ ਹੋਏ ਹਿੰਦੂਆਂ ਨੂੰ ਉਹ ਸੁਧਾਰੂਗੀ। ਇਹਦਾ ਮਤਲਬ ਇਹੀ ਹੈ। ਹੁਣ ਗੱਲ ਆਉਂਦੀ ਹੈ ਕਿ ਸਿੱਖਾਂ ਦਾ ਉਹ ਕੀ ਕਰਨ। ਮੁਸਲਮਾਨਾਂ ਅਤੇ ਕ੍ਰਿਸਚਨ ਨੂੰ ਹੱਥ ਨਹੀਂ ਲਾ ਸਕਦੇ। ਉਹ ਕਿਉਂ ਨਹੀਂ ਲਾ ਸਕਦੇ ਉਹ ਵੀ ਮੈਂ ਤੁਹਾਨੂੰ ਅੱਗੇ ਦੱਸੂੰਗੀ। ਕ੍ਰਿਸਚਨ ਤਾਂ ਰੂਲਰ ਸੀਗੇ, ਇਸ ਕਰਕੇ ਉਹਨਾਂ ਨੂੰ ਤਾਂ ਲਾ ਹੀ ਨਹੀਂ ਸੀ ਸਕਦੇ। ਮੁਸਲਮਾਨ ਨੂੰ ਕਿਉਂ ਨਹੀਂ ਲਾਉਂਦੇ ਉਹ ਅੱਗੇ ਆਪਾਂ ਗੱਲ ਕਰਾਂਗੇ। ਪਰ ਹੁਣ ਸਿੱਖਾਂ ਦਾ ਕੀ ਕਰਨ। ਬਹੁਤ ਜ਼ਰੂਰੀ ਆ ਕਿ ਸਿੱਖਾਂ ਨੂੰ ਪਹਿਲਾਂ ਇਹ ਤਾਂ ਸਮਝਾਇਆ ਜਾਏ ਕਿ ਉਹ ਵਿਗੜੇ ਹੋਏ ਆ। ਸਿੱਖ ਜਿਹੜੇ ਆ, ਹੁਣ ਜਿਹੜੇ ਆਰਿਆ ਸਮਾਜੀ ਆਪਣੇ ਆਪ ਨੂੰ ਹਿੰਦੂਆਂ ਤੋਂ ਸੁਧਰਿਆ ਹੋਇਆ ਕਿਉਂ ਮੰਨਦੇ ਸੀ, ਕਿਉਂਕਿ ਉਹ ਕਹਿੰਦੇ ਅਸੀਂ ਮੂਰਤੀ ਪੂਜਾ ਨਹੀਂ ਕਰਦੇ। ਅਤੇ ਸਾਡੇ ਗੁਰੂ ਪਾਤਸ਼ਾਹ ਤੇ ਪਹਿਲਾਂ ਹੀ ਕਹਿ ਦਿੰਦੇ ਆ ਕਿ ਜੋ ਪਾਥਰ ਕੋ ਕਹਤੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ। ਅਸੀਂ ਤਾਂ ਕਰਦੇ ਹੀ ਨਹੀਂ, ਅਸੀਂ ਮੂਰਤੀ ਪੂਜਾ ਵਿੱਚ ਹੈ ਨਹੀਂ। ਜਾਤ ਨੂੰ ਉਹ ਕਹਿੰਦੇ ਅਸੀਂ ਮੰਨਦੇ ਨਹੀਂ, ਆਰਿਆ ਸਮਾਜੀ ਜਾਤ ਨੂੰ ਨਹੀਂ ਮੰਨਦੇ। ਅਤੇ ਸਾਡੇ ਵਿੱਚ ਤਾਂ ਗੁਰੂ ਮਹਾਰਾਜ ਜੀ ਨੇ ਪਹਿਲਾਂ ਆਰਿਆ ਸਮਾਜ ਦੇ ਆਉਣ ਤੋਂ ਕਿਤੇ ਪਹਿਲਾਂ ਕਹਿ ਦਿੱਤਾ, ਜਾਤ ਜਨਮ ਨਾ ਪੁੱਛੀਏ ਸੱਚ ਕਰ ਲਿਓ ਬਤਾਏ ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਇਹ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਪਹਿਲਾਂ ਹੀ ਕਹਿ ਦਿੱਤਾ। ਇਹ ਸਿਧਾਂਤ ਜਿਨ੍ਹਾਂ ਉੱਤੇ ਆਰਿਆ ਸਮਾਜ 1875 ਦੇ ਵਿੱਚ ਆ ਕੇ ਗੱਲ ਕਰ ਰਿਹਾ ਹੈ, ਉਹ ਤਾਂ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਬਹੁਤ ਪਹਿਲਾਂ 1469 ਤੋਂ ਸ਼ੁਰੂ ਕਰ ਦਿੱਤਾ ਬੋਲਣਾ। ਜਦੋਂ ਤੋਂ ਗੁਰੂ ਮਹਾਰਾਜ ਦਾ ਅਵਤਾਰ ਜਦੋਂ ਇੱਥੇ ਪ੍ਰਕਾਸ਼ ਹੋ ਜਾਂਦਾ ਉਦੋਂ ਤੋਂ ਹੀ ਸਾਡੇ ਕੋਲ ਇਹ ਜਿਹੜੀ ਗੱਲ ਆਉਣੀ ਸ਼ੁਰੂ ਹੋ ਜਾਂਦੀ ਹੈ। ਫਿਰ ਵੀ ਹੁਣ ਤੁਸੀਂ ਵਿਗੜੇ ਹੋਏ ਹੋ, ਇਹਨੂੰ ਕਿੱਦਾਂ ਪ੍ਰੂਵ ਕੀਤਾ ਜਾਏ। ਤਾਂ ਬਹੁਤ ਜ਼ਰੂਰੀ ਹੈ ਤੁਹਾਨੂੰ ਇਹ ਸਮਝਾ ਦੇਣਾ ਕਿ ਤੁਸੀਂ ਹਿੰਦੂ ਹੋ। ਜਿੱਦਣ ਤੁਸੀਂ ਇਹ ਮੰਨ ਲਓਗੇ ਕਿ ਅਸੀਂ ਹਿੰਦੂ ਹਾਂ, ਉਸ ਤੋਂ ਬਾਅਦ ਤੁਹਾਡੀ ਸੁਧਾਰ ਲਹਿਰ ਚੱਲੇਗੀ। ਔਰ ਜਿਸ ਦਿਨ ਤੁਹਾਡੀ ਸੁਧਾਰ ਲਹਿਰ ਚੱਲੇਗੀ, ਤੁਹਾਨੂੰ ਤੁਹਾਡੀ ਆਈਡੈਂਟੀਟੀ ਨੂੰ ਖ਼ਤਮ ਕੀਤਾ ਜਾਏਗਾ। ਤੁਹਾਡੀ ਆਈਡੈਂਟੀਟੀ ਨੂੰ ਉਸ ਦਿਨ ਫਿਰ ਸਾਈਡ 'ਤੇ ਕੀਤਾ ਜਾਏਗਾ। ਉਸ ਦਿਨ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੇਦਾਂ ਦੇ ਨਾਲ ਰਿਪਲੇਸ ਕਰਨ ਦੀ ਇੱਕ ਗੱਲ ਬਣ ਸਕਦੀ ਹੈ, ਇੱਕ ਵਿਧੀ ਬਣ ਸਕਦੀ ਹੈ। ਹਜੇ ਤਾਂ ਤੁਸੀਂ ਮੰਨਦੇ ਹੀ ਨਹੀਂ ਕਿ ਤੁਸੀਂ ਹਿੰਦੂ ਹੋ, ਹਜੇ ਤਾਂ ਤੁਸੀਂ ਮੰਨਦੇ ਹੀ ਨਹੀਂ ਕਿ ਤੁਸੀਂ ਵਿਗੜੇ ਹੋਏ ਹੋ। ਜਦੋਂ ਤੱਕ ਵਿਗੜੋਗੇ ਨਹੀਂ ਸੁਧਰ ਨਹੀਂ ਸਕਦੇ। ਇਹੀ ਇੱਕ ਕਾਰਨ ਹੈ ਕਿ ਬਾਰ-ਬਾਰ ਜਿਹੜੀ ਸਾਡੀ ਇੱਕ ਪ੍ਰੀਸਟਲੀ ਡੋਮੀਨੈਂਸ ਜਿਹੜੀ ਉਹਨਾਂ ਦੀ ਬਾਰ-ਬਾਰ ਸਾਡੇ ਤੇ ਉੱਤੇ ਆਉਂਦੀ ਹੈ। ਹੁਣ ਇਹ ਜਿਹੜੀ ਗੱਲ ਹੈ ਕਿ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਇਹਨੂੰ ਇਸ ਤਰੀਕੇ ਨਾਲ ਕੰਜ਼ਿਊਮ ਕਰਨ ਦੀ ਗੱਲ ਹੈ। ਇਹ ਮੇਰੀ ਵਰਡਿੰਗ ਨਹੀਂ, ਮੇਰੀ ਸੋਚ ਹੋ ਸਕਦੀ ਹੈ ਪਰ ਮੇਰੀ ਇਕੱਲੀ ਦੀ ਵਰਡਿੰਗ ਨਹੀਂ। ਮੈਂ ਇੱਥੇ ਇੱਕ ਕੋਟ ਕਰੂੰਗੀ ਕੈਨਥ ਡਬਲਿਊ ਜੋਨਸ। ਕੈਨਥ ਡਬਲਿਊ ਜੋਨਸ ਦਾ ਇੱਕ ਪੇਪਰ ਹੈ ਹਮ ਹਿੰਦੂ ਨਹੀਂ। ਇਹ ਪੇਪਰ ਪਬਲਿਸ਼ ਹੋਇਆ 1973 ਦੇ ਵਿੱਚ ਜਰਨਲ ਆਫ ਏਸ਼ੀਅਨ ਸਟੱਡੀਜ਼ ਦੇ ਵਿੱਚ। ਉਹਦੇ ਵਿੱਚ ਪੰਨਾ ਨੰਬਰ 457 ਤੋਂ 475। ਉਹ ਲਿਖਦਾ ਹੈ ਕਿ ਐਟ ਫਰਸਟ ਆਰੀਆਜ਼ ਆਈਡੈਂਟੀਫਾਈਡ ਵਿਦ ਸਿੱਖਿਜ਼ਮ ਐਜ਼ ਅ ਮੂਵਮੈਂਟ ਵਿਚ ਲਾਈਕ ਦ ਸਮਾਜ had sought to create a purified Hinduism devoid of idolatry, caste and the evils of priestly dominance. Aryas would capture the Sikh past and make it their own. Now this is very important. They will capture your past. ਤੁਹਾਡੀ ਹਿਸਟਰੀ ਨੂੰ ਆਪਣੀ ਹਿਸਟਰੀ ਕਹਿਣਾ ਚਾਹੁੰਦੇ ਆ। ਕੌਣ ਨਹੀਂ ਚਾਹੂਗਾ ਕਿ ਉਹਦਾ ਬੜਾ ਮਾਣ ਮੱਤਾ ਜਿਹੜਾ ਇਤਿਹਾਸ ਹੋਏ। ਮੁਸਲਮਾਨ, ਮੈਂ ਤੁਹਾਨੂੰ ਦੱਸੂਗੀ ਕਿ ਮੁਸਲਮਾਨਾਂ ਨੂੰ ਕਿਉਂ ਨਹੀਂ ਕਹਿੰਦੇ ਕਿ ਉਹ ਸਿੱਖ ਆ। ਹੁਣ ਮੁਸਲਮਾਨ ਜਿਹੜੇ ਆ ਉਹ ਰੂਲਰ ਰਹੇ ਆ ਉੱਥੇ, ਔਰ ਉਹਨਾਂ ਨੇ ਜਿੰਨਾ ਜਬਰ ਉੱਥੇ ਕੀਤਾ ਔਰ ਜਿੰਨਾ ਉਹਨਾਂ ਨੇ ਅਤਿਆਚਾਰ ਉੱਥੇ ਕੀਤਾ, ਉਸ ਇਤਿਹਾਸ ਨੂੰ ਕੋਈ ਵੀ ਆਪਣੇ ਨਾਲ ਜੋੜਨਾ ਪਸੰਦ ਨਹੀਂ ਕਰੂਗਾ। ਮੈਂ ਬਿਲਕੁਲ ਇਹ ਨਹੀਂ ਚਾਹੂੰਗੀ ਕਿ ਮੇਰੇ ਜਿਹੜੇ ਪੂਰਵਜ ਆ ਉਹ ਲੋਕਾਂ ਨੂੰ ਮਾਰ ਕੇ ਤੇ ਉਹਨਾਂ ਦੀਆਂ ਜ਼ਮੀਨਾਂ ਦੱਬ ਲਿਆ ਕਰਦੇ ਸੀ, ਬਲਕਿ ਮੈਂ ਇਹ ਕਹਿਣਾ ਪਸੰਦ ਕਰੂੰਗੀ ਕਿ ਮੇਰੇ ਜਿਹੜੇ ਪੂਰਵਜ ਆ ਉਹ ਲੋਕਾਂ ਦੇ ਵਾਸਤੇ ਖੜ੍ਹੇ ਹੁੰਦੇ ਸੀ, ਉਹਨਾਂ ਦੇ ਹੱਕਾਂ ਵਾਸਤੇ ਖੜ੍ਹੇ ਹੁੰਦੇ ਸੀ। ਸਿੱਖਾਂ ਦਾ ਬੜਾ ਗਲੋਰੀਅਸ ਪਾਸਟ ਹੈ ਔਰ ਉਸ ਪਾਸਟ ਨੂੰ ਆਪਣਾ ਬਣਾਉਣ ਦੇ ਲਈ, ਜੋ ਕਿ ਕੈਨਥ ਡਬਲਿਊ ਜੋਨਸ ਕਹਿੰਦਾ ਹੈ, ਆਰੀਆਜ਼ ਵੁੱਡ ਕੈਪਚਰ ਦ ਸਿੱਖ ਪਾਸਟ ਐਂਡ ਮੇਕ ਇਟ ਦੇਅਰ ਓਨ। ਹੁਣ ਉਹ ਜਿਹੜਾ ਸਿੱਖ ਪਾਸਟ ਆ ਉਹਨੂੰ ਆਪਣਾ ਬਣਾਉਣ ਵਾਸਤੇ ਬਹੁਤ ਜ਼ਰੂਰੀ ਹੈ ਪਹਿਲਾਂ ਤੁਸੀਂ ਮੰਨੋ ਤਾਂ ਸਹੀ ਕਿ ਤੁਸੀਂ ਹਿੰਦੂ ਹੋ। ਜਦ ਤੱਕ ਤੁਸੀਂ ਹਿੰਦੂ ਨਹੀਂ ਬਣਦੇ, ਤੁਸੀਂ ਸਿੱਖ ਰਹਿੰਦੇ ਆ, ਤਾਂ ਉਹ ਤਾਂ ਸਿੱਖ ਪਾਸਟ ਹੋ ਜਾਂਦਾ ਹੈ। ਹਿਸਟਰੀ ਇਹ ਲਿਖੀ ਜਾਂਦੀ ਹੈ ਕਿ ਜਿਹੜੀਆਂ ਹਿੰਦੂਆਂ ਦੀਆਂ ਬੱਚੀਆਂ ਸੀ ਉਹਨਾਂ ਨੂੰ ਚੁੱਕ ਲਿਆ ਜਾਂਦਾ ਸੀ ਅਤੇ ਸਿੱਖ ਜਾ ਕੇ ਉਹਨਾਂ ਨੂੰ ਛਡਾਇਆ ਕਰਦੇ ਸੀ। ਜਿੱਦਣ ਤੁਸੀਂ ਮੰਨ ਜਾਓਗੇ ਕਿ ਤੁਸੀਂ ਹਿੰਦੂ ਹੋ, ਫਿਰ ਹਿਸਟਰੀ ਇਹ ਹੋਏਗੀ ਕਿ ਹਿੰਦੂਆਂ ਦੇ ਬੱਚਿਆਂ ਨੂੰ ਚੱਕ ਕੇ ਲਿਆ ਜਾਂਦਾ ਸੀ ਔਰ ਹਿੰਦੂ
ਜਿਹੜੇ ਕਿ ਯੋਧੇ ਹਿੰਦੂ ਸੀ ਉਹ ਜਾ ਕੇ ਉਹਨਾਂ ਨੂੰ ਛਡਾ ਕੇ ਲਿਆਇਆ ਕਰਦੇ ਸੀ। ਸੋ ਇਹ ਇੱਕ ਬੜਾ ਜਿਹੜੀ ਆਈਡੈਂਟੀਟੀ ਨੈਗੋਸੀਏਸ਼ਨ ਦੀ ਗੱਲ ਆ। ਦਿਸ ਇਜ਼ ਆਲ ਅਬਾਊਟ ਆਈਡੈਂਟੀਟੀ। ਪੂਰੀ ਦੁਨੀਆ ਹੀ ਇਸ ਟਾਈਮ ਦੇ ਉੱਤੇ ਆਈਡੈਂਟੀਟੀ ਦੇ ਉੱਪਰ ਕੰਮ ਕਰ ਰਹੀ ਆ। ਇਹ ਆਈਡੈਂਟੀਟੀ ਆ ਬੇਸਿਕਲੀ। ਉਹ ਆਪਣੀ ਇੱਕ ਹੀਰੋਇਕ ਆਈਡੈਂਟੀਟੀ ਨੂੰ ਪ੍ਰਮੋਟ ਕਰਨਾ ਚਾਹੁੰਦੇ ਆ, ਜੋ ਤੁਸੀਂ ਹੋਣ ਨਹੀਂ ਦਿੰਦੇ, ਬਾਰ-ਬਾਰ ਕਹਿ ਕੇ ਕਿ ਹਮ ਹਿੰਦੂ ਨਹੀਂ। ਹੁਣ ਆਪਾਂ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਆ ਉਹ ਕਿਆ ਉਸ ਟਾਈਮ ਦੇ ਉੱਤੇ ਉਹ ਕੀ ਬੋਲਦੇ ਸੀ? ਕਿਆ ਉਹ ਵੈਦਿਕ ਸੀ? ਕਿਆ ਅਸੀਂ ਤਾਂ ਨਹੀਂ ਉਹਨਾਂ ਨੂੰ ਐਵੇਂ ਧੱਕੇ ਨਾਲ ਬੋਲੀ ਜਾਂਦੇ? ਹੁਣ ਆਪਾਂ ਉਸ ਡੈਫੀਨੇਸ਼ਨ ਦੇ ਉੱਤੇ ਆਉਂਦੇ ਹਾਂ। ਹੁਣ ਸਾਡੇ ਗੁਰੂ ਗ੍ਰੰਥ ਸਾਹਿਬ ਜਿਹੜੇ ਆ ਉਹ ਫਰਮਾਉਂਦੇ ਨੇ, ਬੇਦ ਕਤੇਬ ਸੰਸਾਰ ਹਬਾਹੂ ਬਾਹਰਾ, ਨਾਨਕ ਕਾ ਪਾਤਸ਼ਾਹ ਦਿਸੇ ਜਾਹਰਾ। ਉਹ ਬੇਦਾਂ ਕਤੇਬਾਂ ਤੋਂ ਕਹਿੰਦੇ ਕਿ ਉਹ ਤਾਂ ਹੈ ਹੀ ਪਰੇ, ਬੇਦਾਂ ਕਤੇਬਾਂ ਦੇ ਵਿੱਚ ਤਾਂ ਉਹ ਹੈ ਹੀ ਨਹੀਂ। ਉਹਦਾ ਨਾਨਕ ਦਾ ਜਿਹੜਾ ਪਾਤਸ਼ਾਹ ਉਹ ਤਾਂ ਜਾਹਰਾ, ਉਹ ਹਰ ਜਗ੍ਹਾ ਦੇ ਉੱਤੇ ਐਮੀਨੈਂਟ ਹੈ। ਫਿਰ ਉਸ ਤੋਂ ਬਾਅਦ ਜਿਹੜੇ ਵੇਦਾਂ ਨੂੰ ਮੰਨਦੇ ਆ ਉਹ ਵੇਦਾਂ ਨੂੰ ਮੁਕਤੀ ਦਾਤਾ ਵੀ ਮੰਨਦੇ ਆ। ਤੇ ਗੁਰੂ ਮਹਾਰਾਜ ਸਾਡੇ ਬੋਲਦੇ ਆ, ਬੇਦ ਕਤੇਬ ਸਿਮਰਤ ਸਭ ਸਾਸਤ, ਇਨ ਪੜਿਆ ਮੁਕਤ ਨਾ ਹੋਈ, ਇੱਕ ਆਖਰ ਜੋ ਗੁਰਮੁਖ ਜਪੇ ਤਿਸ ਕਾ ਨਿਰਮਲ ਸੋਈ। ਇਹ ਗੁਰੂ ਮਹਾਰਾਜ ਬੋਲਦੇ ਆ। ਸੋ ਗੁਰੂ ਗ੍ਰੰਥ ਸਾਹਿਬ ਪੈਰ ਪੈਰ ਤੇ ਵੇਦਾਂ ਦਾ ਖੰਡਨ ਕਰ ਰਹੇ ਆ। ਗੁਰੂ ਗ੍ਰੰਥ ਸਾਹਿਬ ਹੀ ਜਦੋਂ ਨੌਨ ਵੈਦਿਕ ਹੈ, ਜਦੋਂ ਗੁਰੂ ਗ੍ਰੰਥ ਸਾਹਿਬ ਹੀ ਵੇਦਾਂ ਨੂੰ ਨਹੀਂ ਮੰਨਦੇ, ਤਾਂ ਫਿਰ ਸਿੱਖਾਂ ਦਾ ਵੈਦਿਕ ਹੋਣਾ ਤੇ ਪੋਸੀਬਲ ਹੀ ਨਹੀਂ, ਉਹਦੀ ਕੋਈ ਗੱਲ ਹੀ ਨਹੀਂ ਬਣਦੀ। ਤਾਂ ਉਹਨਾਂ ਦੀਆਂ ਡੈਫੀਨੇਸ਼ਨ ਦੇ ਵਿੱਚੋਂ ਡਿਡਿਊਸ ਕਰਕੇ ਅਗਰ ਆਪਾਂ ਇਸ ਗੱਲ 'ਤੇ ਪਹੁੰਚੀਏ ਕਿ ਹਿੰਦੂ ਜਿਹੜੇ ਹੈ, ਸਿੱਖ ਜਿਹੜੇ ਆ ਉਹ ਹਿੰਦੂ ਨਹੀਂ, ਤਾਂ ਉਸ ਤੋਂ ਅੱਗੇ ਆਪਾਂ ਚੱਲਦੇ ਹਾਂ। ਨਾ ਤਾਂ ਲੀਗਲ ਡੈਫੀਨੇਸ਼ਨ, ਨਾ ਰਿਲੀਜੀਅਸ ਡੈਫੀਨੇਸ਼ਨ ਦੇ ਅਕੋਰਡਿੰਗ ਆਪਾਂ ਸਿੱਖ ਹਾਂ। ਹੁਣ ਅਗਲਾ ਤਰਕ ਜੋ ਬਹੁਤ ਵਾਰੀ ਦਿੱਤਾ ਜਾਂਦਾ ਉਹ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਆ ਉਹ ਵੇਦਾਂ ਦਾ ਨਿਚੋੜ ਆ। ਮੈਂ ਇਹਨੂੰ ਵੀ ਉਹਨਾਂ ਦੇ ਦ੍ਰਿਸ਼ਟੀਕੋਣ ਦੇ ਨਾਲ ਹੀ ਦੇਖੂੰਗੀ। ਸਭ ਤੋਂ ਪਹਿਲਾਂ ਆਪਾਂ ਇਹ ਦੇਖਦੇ ਹਾਂ ਕਿ ਕਿਆ ਗੁਰੂ ਗ੍ਰੰਥ ਸਾਹਿਬ ਕਿਤੇ ਵੀ ਵੈਦਿਕ ਅਗਰੀਮੈਂਟ ਦੇ ਵਿੱਚ ਹੈਗੇ ਆ, ਵੇਦਾਂ ਨਾਲ ਅਗਰੀਮੈਂਟ ਵਿੱਚ ਹੈਗੇ ਆ। ਆਪਾਂ ਇਹ ਦੇਖਦੇ ਹਾਂ। ਪਹਿਲਾ ਵੇਦ ਹੈ ਰਿਗਵੇਦ। ਰਿਗਵੇਦ ਦੇ ਮੰਡਲ 1 ਤੋਂ ਮੰਡਲ 10, ਮੰਡਲ ਦਾ ਮਤਲਬ ਬੁੱਕ ਹੈ, 10 ਕਿਤਾਬਾਂ ਰਿਗਵੇਦ ਦੇ ਵਿੱਚ। ਮੰਡਲ 1 ਤੋਂ ਮੰਡਲ 10 ਤੱਕ ਉਹ ਅਲੱਗ-ਅਲੱਗ ਜਿਹੜੀ ਨੈਚੁਰਲ ਸੋਰਸਿਸ ਆ ਉਹਨਾਂ ਦੀ ਪੂਜਾ ਦੇ ਉੱਤੇ ਆ। ਸ਼ੁਰੂਆਤ ਅਗਨੀ ਤੋਂ ਹੁੰਦੀ ਆ, ਫਿਰ ਵਾਯੂ ਵੀ ਆਉਂਦੀ ਆ, ਫਿਰ ਸੂਰਜ ਵੀ ਹੁੰਦਾ। ਹੁਣ ਗੁਰੂ ਮਹਾਰਾਜ ਕਹਿੰਦੇ ਆ, ਕੋਈ ਪੂਜੇ ਚੰਦ ਸੂਰ, ਕੋਈ ਧਰਤ ਆਕਾਸ ਮਨਾਵੇ, ਪੌਣ ਪਾਣੀ ਬੈਸੰਤਰੋ, ਧਰਮਰਾਜ ਕੋਈ ਤ੍ਰਿਪਤਾਵੇ, ਫੋਕਟ ਧਰਮੀ ਭਰਮ ਭੁਲਾਵੇ। ਹੁਣ ਗੁਰੂ ਮਹਾਰਾਜ ਇਹ ਕਹਿੰਦੇ ਆ ਕਿ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਦੀ ਪੂਜਾ ਦੇ ਵਿੱਚ ਲੱਗਾ ਹੈ ਉਹ ਤਾਂ ਧਰਮ ਭੁਲਾ ਕੇ ਬੈਠ ਗਿਆ। ਯਾਨੀ ਕਿ ਰਿਗਵੇਦ ਗੁਰੂ ਮਹਾਰਾਜ ਦੇ ਨਾਲ, ਜਾਂ ਗੁਰੂ ਮਹਾਰਾਜ ਰਿਗਵੇਦ ਦੇ ਨਾਲ ਬਿਲਕੁਲ ਵੀ ਅਗਰੀ ਨਹੀਂ ਕਰਦੇ। ਸੋ ਰਿਗਵੇਦ ਤਾਂ ਘੱਟੋ ਘੱਟ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਿਗਵੇਦ ਦਾ ਸਾਰ ਤਾਂ ਬਿਲਕੁਲ ਨਹੀਂ ਹੋ ਸਕਦੇ। ਅੱਗੇ ਆਉਣੇ ਆਪਾਂ ਯਜੁਰਵੇਦ ਦੇ ਉੱਤੇ। ਸੈਕਿੰਡ ਯਜੁਰਵੇਦ ਹੈ ਕਿ ਯਜੁਰਵੇਦ ਦੇ ਵਿੱਚ ਸਾਰੇ ਰਿਚੁਅਲਸ ਹੈ, ਯੱਗ ਕਰਨ ਦੀਆਂ ਵਿਧੀਆਂ ਕੀ ਹੈ, ਰਿਚੁਅਲਸ ਉਹਨਾਂ ਦੇ ਉਹ ਹੈ। ਹੁਣ ਆਪਾਂ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਯੱਗ ਬਾਰੇ ਕੀ ਬੋਲਦੇ ਆ। ਗੁਰੂ ਸਾਹਿਬ ਬੋਲਦੇ ਆ, ਹੋਮ ਯੱਗ ਸਭ ਤੀਰਥਾ, ਪੜ ਪੰਡਤ ਥਕੇ ਪੁਰਾਣ, ਬਿਖ ਮਾਇਆ ਮੋਹ ਨਾ ਮਿਟਈ, ਵਿੱਚ ਹੋਮੇ ਆਵਣ ਜਾਣ। ਉਹ ਕਹਿੰਦੇ ਕਿ ਉਹ ਸਾਰੇ ਯੱਗ ਵੀ ਕਰ ਲੈਂਦੇ ਆ, ਸਾਰਾ ਕੁਛ ਹੀ ਕਰ ਲੈਂਦੇ, ਪਰ ਈਗੋ ਜਿਹੜੀ ਉਹ ਫਿਰ ਨਹੀਂ ਜਾਂਦੀ। ਬੜੇ ਬਰੀਫ, ਮੈਂ ਗੁਰਬਾਣੀ ਦੀ ਬਹੁਤ ਸਕਾਲਰ ਨਹੀਂ ਹੈ, ਇਸ ਕਰਕੇ ਜੋ ਵੀ ਮੇਰੇ ਸਮਝ ਦੇ ਵਿੱਚ ਗੁਰਬਾਣੀ ਦੇ ਅਰਥ ਆਉਂਦੇ ਆ ਮੈਂ ਉਹੀ ਕਰ ਰਹੀ। ਹੁਣ ਇਹ ਮੇਰੇ ਵਰਗੇ ਲੇਮੈਨ ਦੀ ਟਰਾਂਸਲੇਸ਼ਨਸ ਆ ਕਿ ਗੁਰੂ ਮਹਾਰਾਜ ਜੋ ਪੜ੍ਹਦੇ ਸਮਝ ਆਉਂਦੀ ਆ ਕਿ ਉਹ ਕਹਿੰਦੇ ਕਿ ਇਹਨਾਂ ਦੇ ਤੇ ਜਿਹੜੀਆਂ ਇਹ ਹੋਮੇ ਦੇ ਵਿੱਚ ਫਿਰ ਵੀ ਆਵਣ ਜਾਣਾ, ਉਹ ਯੱਗ ਰਿਚੁਅਲਸ ਇਹਨਾਂ ਉੱਤੇ ਤਰਜੀਹ ਦਿੰਦੇ ਹੀ ਨਹੀਂ। ਸੋ ਇਹਦਾ ਮਤਲਬ ਹੈ ਕਿ ਯਜੁਰਵੇਦ ਵੀ ਗੁਰੂ ਮਹਾਰਾਜ ਜਿਹੜੇ ਆ ਯਜੁਰਵੇਦ ਦੇ ਵਿੱਚੋਂ ਕੁਛ ਨਹੀਂ ਲੈ ਸਕਦੇ। ਅੱਗੇ ਆ ਜਾਓ ਸਾਮਵੇਦ ਤੇ ਅਥਰਵਵੇਦ। ਸਾਮਵੇਦ ਮੋਰ ਔਰ ਲੈਸ ਜਿਹੜਾ ਰਿਗਵੇਦ ਆ ਉਹਨੂੰ ਹੀ ਮਿਊਜ਼ੀਕਲ ਸਕ੍ਰਿਪਟ ਦਿੱਤੀ ਹੋਈ ਆ, ਚਾਂਟਸ ਦਾ ਹੈਗਾ, ਉਹ ਕਿਵੇਂ ਉਹਨਾਂ ਨੂੰ ਉਚਾਰਿਆ ਜਾਣਾ ਉਹ ਉਹਦੀ ਹੈ। ਅਥਰਵਵੇਦ ਵੀ ਤਕਰੀਬਨ ਰਿਗਵੇਦ ਦੇ ਵਿੱਚੋਂ ਹੀ ਹੈ। ਸੋ ਜਦੋਂ ਇਹਨਾਂ ਚਾਰਾਂ ਵੇਦਾਂ ਦੇ ਵਿੱਚ ਗੁਰੂ ਮਹਾਰਾਜ ਕਿਸੇ ਚੀਜ਼ ਦੇ ਨਾਲ ਸਹਿਮਤ ਹੀ ਨਹੀਂ, ਤੇ ਫਿਰ ਉਹਦਾ ਸਾਰ ਹੋਣਾ ਪੋਸੀਬਲ ਹੀ ਨਹੀਂ ਆ। ਕਿਉਂਕਿ ਤੁਸੀਂ ਸਾਰ ਤਾਂ ਹੋਵੋਗੇ, ਮੇਰੀ ਕਿਸੇ ਗੱਲ ਨੂੰ ਤੁਸੀਂ ਤਾਂ ਕੋਟ ਕਰੋਗੇ ਜੇ ਤੁਸੀਂ ਉਹਦੇ ਨਾਲ ਸਹਿਮਤ ਹੋਵੋਗੇ। ਗੁਰੂ ਮਹਾਰਾਜ ਤਾਂ ਕਿਸੇ ਚੀਜ਼ ਨਾਲ ਸਹਿਮਤ ਹੈ ਹੀ ਨਹੀਂ। ਸੋ ਇਹ ਜਿਹੜਾ ਇੱਕ ਬਾਰ-ਬਾਰ ਸਾਡੇ ਸਾਹਮਣੇ ਇੱਕ ਸਾਨੂੰ ਡਾਇਲੋਗ ਲਿਆ ਕੇ ਦੇ ਦਿੱਤਾ ਜਾਂਦਾ ਹੈ ਕਿ ਵੇਦਾਂ ਦਾ ਹੀ ਸਾਰ ਹੈ, ਇੱਥੇ ਉਹ ਚੀਜ਼ ਰੈਫਿਊਟ ਹੁੰਦੀ ਹੈ। ਨੈਕਸਟ ਜਿਹੜਾ ਹੈਗਾ ਉਹ ਇੱਕ ਚੀਜ਼ ਰਹਿ ਜਾਂਦੀ ਹੈ ਕਿ ਅਵਤਾਰਵਾਦ। ਇਹ ਸਾਨੂੰ ਬਾਰ-ਬਾਰ ਜੇ ਕੋਈ ਡੇਰਿਆਂ ਵਾਲੇ ਵੀ ਤਾਂ ਉਹ ਵੀ ਕਹਿ ਦਿੰਦੇ ਆ ਕਿ ਗੁਰੂ ਨਾਨਕ ਦਾ ਹੀ ਅਵਤਾਰ ਹੈ। ਮੈਂ ਬਹੁਤ ਲੋਕਾਂ ਕੋਲੋਂ ਸੁਣਿਆ ਕਿ ਗੁਰੂ ਨਾਨਕ ਦਾ ਅਵਤਾਰ ਹੈ। ਵੇਦਾਂ ਦੇ ਵਿੱਚ ਵੀ ਅਵਤਾਰ ਦਾ ਜ਼ਿਕਰ ਬਹੁਤ ਹੈ। ਹੁਣ ਇੱਥੇ ਚੌਥਾ ਕਾਂਡ ਹੈ ਤੈਤਰੀਆ ਸੰਹਿਤਾ ਯਜੁਰਵੇਦ ਦਾ। ਉੱਥੇ ਵਾਮਨੰਦ ਜਿਹੜਾ ਆ ਉਹ ਇਨਕਾਰਨੇਸ਼ਨ ਆਫ ਲਾਰਡ ਵਿਸ਼ਨੂੰ ਹੈ, ਲਾਰਡ ਵਿਸ਼ਨੂੰ ਦਾ ਅਵਤਾਰ ਹੈ। ਮਤਲਬ ਵੇਦ ਜਿਹੜੇ ਆ ਉਹ ਅਵਤਾਰਵਾਦ ਨੂੰ ਮੰਨਦੇ ਆ, ਪਰ ਸਾਡੇ ਗੁਰੂ ਸਾਹਿਬ ਕਹਿੰਦੇ ਆ ਸੋ ਮੁਖ ਜਲਿਓ ਜਿਤ ਕਹੇ ਠਾਕੁਰ ਜੋਨੀ।
ਉਦੋਂ ਕਹਿੰਦੇ ਕਿ ਉਹ ਮੂੰਹ ਹੀ ਸੜ ਜੇ ਜਿਹੜਾ ਠਾਕੁਰ ਨੂੰ ਕਿਸੇ ਜੋਨੀ 'ਚ ਪਾਉਂਦਾ, ਜਿਹੜਾ ਕਹਿੰਦਾ ਕਿ ਉਹ ਬਰਥ ਲੈ ਕੇ ਆਊਗਾ। ਤਾਂ ਅਵਤਾਰਵਾਦ ਸਾਡੇ ਗੁਰੂ ਮਹਾਰਾਜ ਉਹਦੇ ਨਾਲ ਬਿਲਕੁਲ ਸਹਿਮਤ ਨਹੀਂ, ਗੁਰੂ ਮਹਾਰਾਜ ਸਹਿਮਤ ਨਹੀਂ, ਅਸੀਂ ਸਹਿਮਤ ਨਹੀਂ। ਸੋ ਜਿਹੜੇ ਸਿੱਖ ਆ ਨਾ ਤਾਂ ਉਹ ਕਿਸੇ ਲੀਗਲ ਡੈਫੀਨੇਸ਼ਨ ਵਿੱਚ ਫਿੱਟ ਹੁੰਦੇ ਆ, ਨਾ ਉਹ ਕਿਸੇ ਰਿਲੀਜੀਅਸ ਡੈਫੀਨੇਸ਼ਨ ਵਿੱਚ ਫਿੱਟ ਹੁੰਦੇ ਆ। ਔਰ ਜਿਹੜੀ ਇੱਕ ਆਖਰੀ ਗੱਲ ਜਿਹੜੀ ਉਹ ਬਾਰ-ਬਾਰ ਬੋਲਦੇ ਆ ਕਿ ਗੁਰੂ ਗ੍ਰੰਥ ਸਾਹਿਬ ਸਾਰ ਆ, ਉਹ ਵੀ ਇੱਥੇ ਰਿਫਿਊਟ ਹੋ ਜਾਂਦੀ ਆ। ਜਾਂ ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੇ ਸਾਰਾ ਕੁਛ ਹੀ ਵੇਦਾਂ ਕੋਲੋਂ ਲਿਆ ਆ, ਤਾਂ ਇੱਥੇ ਸਾਰਾ ਕੁਛ ਰਿਫਿਊਟ ਹੋ ਜਾਂਦਾ। ਅੱਗੇ ਇਹ ਵੀ ਗੱਲ ਇੱਕ ਸਾਹਮਣੇ ਆਉਂਦੀ ਹੈ ਕਿ ਜ਼ਰੂਰੀ ਨਹੀਂ ਹਰ ਇੱਕ ਚੀਜ਼ ਜਿਹੜੀ ਉਹ ਕੌਨਸਪੀਰੇਸੀ ਹੋਵੇ। ਕਈ ਵਾਰੀ ਵੈਸੇ ਹੀ ਕਿਸੇ ਬੰਦੇ ਨੂੰ ਸਮਝ ਹੀ ਨਹੀਂ ਹੁੰਦੀ, ਉਹ ਇੰਝ ਹੀ ਬੋਲ ਦਿੰਦਾ, ਅਸੀਂ ਉਹਨੂੰ ਕੌਨਸਪੀਰੇਸੀ ਲੈ ਜਾਂਦੇ ਹੋਈਏ। ਇਸ ਗੱਲ ਨੂੰ ਮੰਨਿਆ ਵੀ ਗਿਆ, ਸਮਝਿਆ ਵੀ ਗਿਆ ਕਿ ਕਿੰਨੇ ਟਾਈਮ ਤੋਂ ਭਾਈ ਕਾਹਨ ਸਿੰਘ ਨਾਭਾ ਹੋਣੀ, ਪ੍ਰਿੰਸੀਪਲ ਲਾਭ ਸਿੰਘ ਹੋਣੀ ਬਾਰ-ਬਾਰ ਇਹ ਗੱਲ ਕਹਿੰਦੇ ਆ ਕਿ ਹਮ ਹਿੰਦੂ ਨਹੀਂ। ਫਿਰ ਵੀ ਇਹ ਗੱਲ ਬਾਰ-ਬਾਰ ਸਾਹਮਣੇ ਆ ਜਾਂਦੀ ਹੈ। ਇਹਦਾ ਕਾਰਨ ਕੀ ਆ? ਕਿਤੇ ਜਿਹੜੀ ਉਹਨਾਂ ਦੇ ਦਿਮਾਗ ਦੇ ਵਿੱਚ ਗੱਲ ਬਿਠਾ ਦਿੱਤੀ ਗਈ, ਉਹਨੂੰ ਕਿਸ ਤਰੀਕੇ ਨਾਲ ਫਾਰਮੂਲੇਟ ਕੀਤਾ ਗਿਆ। ਇਹਨੂੰ ਡਾਕਟਰ ਫਰੈਂਕ ਮੋਰੈਲਿਸ ਜਿਹੜੀ ਹੈ ਨਾ 4 ਗਲਤੀਆਂ ਮੰਨਦੇ ਆ ਕਿ 4 ਮੇਜਰ ਗਲਤੀਆਂ ਹਿੰਦੂ ਨੂੰ ਡਿਫਾਈਨ ਕਰਨ ਲੱਗੀਆਂ ਹੁੰਦੀਆਂ। ਉਹ ਕਹਿੰਦੇ ਆ ਕਿ we have such a difficult time understanding the answer to even so fundamental a question as who is Hindu. It is a starkly sad indicator of the lack of knowledge in the Hindu community. ਉਹ ਕਹਿੰਦੇ ਆ ਕਿ ਜਦੋਂ ਤੁਸੀਂ ਉਹਨਾਂ ਨੂੰ ਪੁੱਛੋ ਹਿੰਦੂ ਕੌਣ ਹੈ, who is Hindu, ਉਹ ਤੁਹਾਨੂੰ ਆਪਣੇ ਜਵਾਬ ਦਿੰਦੇ ਆ ਜਿਹੜੀ ਕਿ ਉਹਨਾਂ ਦੀ ਹੀ ਲੈਕ ਆਫ ਨੌਲੇਜ ਆ, ਉਹਨਾਂ ਨੂੰ ਖੁਦ ਬਾਰੇ ਸਮਝ ਨਹੀਂ ਆ ਕਿ ਉਹ ਕੀ ਆ। ਅਤੇ ਉਹ 4 ਗਲਤੀਆਂ ਕਿਹੜੀਆਂ ਉਹ ਬੋਲਦੇ ਆ। ਪਹਿਲੀ ਜਿਹੜੀ ਹੈ ਉਹ ਹੈ ਐਥਨਿਕ ਫੈਲੈਸਿਟੀ। ਐਥਨਿਕ ਫੈਲੇਸੀ ਸਮਝ ਲਿਆ ਜਾਂਦਾ ਕਿ ਜਿਹੜਾ ਵੀ ਇੰਡੀਆ 'ਚ ਪੈਦਾ ਹੋਇਆ ਉਹ ਹਿੰਦੂ ਹੈ। ਦੂਜੀ ਫੈਮਿਲੀਅਲ ਆਰਗੂਮੈਂਟ, ਜਿਨ੍ਹਾਂ ਦੇ ਮਾਂ-ਬਾਪ ਹਿੰਦੂ ਆ ਉਹ ਹਿੰਦੂ ਆ, ਜੋ ਕਿ ਗੁਰੂ ਨਾਨਕ ਪਾਤਸ਼ਾਹ ਨਾਲ ਬਾਰ-ਬਾਰ ਹੁੰਦਾ ਕਿ ਉਹਨਾਂ ਦੇ ਫਾਦਰ ਜਿਹੜੇ ਆ ਉਹ ਹਿੰਦੂ ਦੇ ਘਰ ਜਨਮੇ ਸੀ, ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਹਿੰਦੂ ਆ। ਉਹਦੇ ਬਾਰੇ ਵੀ ਆਪਾਂ ਅੱਗੇ ਗੱਲ ਕਰਾਂਗੇ। ਫਿਰ ਅੱਗੇ ਆਉਂਦਾ ਜੈਨੇਟਿਕ ਇਨਹੈਰੀਟੈਂਸ ਮਾਡਲ ਕਿ ਜੇ ਤੁਸੀਂ ਕਿਸੇ ਪਰਟੀਕੂਲਰ ਕਾਸਟ ਵਿੱਚ ਪੈਦਾ ਹੋਏ ਹੋ ਤਾਂ ਤੁਸੀਂ ਹਿੰਦੂ ਹੋ। ਫਾਈਨਲੀ ਆਉਂਦੀ ਹੈ ਨੈਸ਼ਨਲ ਓਰੀਜਨ ਫੈਲੇਸੀ ਕਿ ਜੇ ਤੁਸੀਂ ਇੱਕ ਪਰਟੀਕੂਲਰ ਕੋਈ ਵੀ ਰਿਲੀਜਨ ਤੁਸੀਂ ਫੋਲੋ ਕਰ ਰਹੇ ਆ ਪਰ ਹੈ ਇੰਡੀਆ ਦੇ ਵਿੱਚ ਤਾਂ ਤੁਸੀਂ ਹਿੰਦੂ ਹੀ ਹੋ। ਜਿਵੇਂ ਤੁਸੀਂ ਬੁੱਧਿਸਟ ਹੋ ਪਰ ਫਿਰ ਵੀ ਤੁਸੀਂ ਹਿੰਦੂ ਹੋ, ਜੈਨੀ ਹੋ ਫਿਰ ਵੀ ਤੁਸੀਂ ਹਿੰਦੂ ਹੋ। ਕਿਉਂਕਿ ਤੁਸੀਂ ਇੰਡੀਆ ਦੇ ਵਿੱਚ ਰਹਿ ਕੇ ਕਰ ਰਹੇ ਹੋ। ਖੈਰ ਇਹ ਕੁਝ ਟੈਕਨੀਕਲ ਗਲਤੀਆਂ ਹੈ, ਤਾਂ ਇਹਨਾਂ ਦਾ ਜਵਾਬ ਜਿਹੜਾ ਉਹ ਟੈਕਨੀਕਲੀ ਦੇਣਾ ਬਣਦਾ ਹੈ। ਹੁਣ ਜਿਹੜੀਆਂ ਲਾਸਟ ਵਾਲੀਆਂ 3 ਗਲਤੀਆਂ ਸੀ, ਜੈਨੇਟਿਕ ਹੈਰੀਟੈਂਸ, ਫੈਮਿਲੀਅਲ ਆਰਗੂਮੈਂਟ, ਇਹਦੇ ਬਾਰੇ ਤਾਂ ਆਪਾਂ ਗੱਲ ਕਰ ਚੁੱਕੇ। ਜਿਹੜੀ ਪਹਿਲੀ ਵਾਲੀ ਹੈ ਉਹ ਹੈ ਕਿ ਹਰ ਇਨਸਾਨ ਜੋ ਇੰਡੀਆ 'ਚ ਪੈਦਾ ਹੁੰਦਾ ਉਹ ਹਿੰਦੂ ਹੈ। ਇਸ ਹਿਸਾਬ ਨਾਲ ਤਾਂ ਜਿਹੜਾ ਵੀ ਕੋਈ ਕ੍ਰਿਸਚਨ ਕੰਟਰੀ 'ਚ ਪੈਦਾ ਹੋਏ ਫਿਰ ਉਹਨੂੰ ਕ੍ਰਿਸਚਨ ਹੋਣਾ ਚਾਹੀਦਾ। ਜੇ ਕਿਸੇ ਹਿੰਦੂ ਮਾਂ ਦੀ ਕੁੱਖ 'ਚੋਂ ਅਮਰੀਕਾ ਜਾਂ ਕੈਨੇਡਾ ਜਾਂ ਜੈਰੂਸਲਮ ਦੇ ਵਿੱਚ ਕੋਈ ਬੱਚਾ ਪੈਦਾ ਹੁੰਦਾ, ਆਪਾਂ ਅਗਰ ਹੋਰ ਕਿਤੇ ਨਾ ਕਰ ਰੱਖੀਏ, ਤਾਂ ਉਹ ਕ੍ਰਿਸਚਨ ਹੋਣਾ ਚਾਹੀਦਾ, ਫਿਰ ਉਹ ਹਿੰਦੂ ਨਹੀਂ ਹੋ ਸਕਦਾ। ਜੇ ਤਾਂ ਉਹ ਇੰਨੀ ਗੱਲ ਮੰਨਦੇ ਆ ਤਾਂ ਫਿਰ ਤਾਂ ਆਪਾਂ ਅੱਗੇ ਕੁਝ ਸੋਚਣ ਦੀ ਫਿਰ ਅਗਲੀ ਡਿਬੇਟ ਚੱਲੂਗੀ, ਅੱਗੇ ਕੁਝ ਸੋਚ ਸਕਦੇ ਹਾਂ। ਪਰ ਐਵੇਂ ਹੁੰਦਾ ਨਹੀਂ, ਜਿਹੜਾ ਹਿੰਦੂ ਆ ਉਹ ਹਿੰਦੂ ਹੀ ਹੈ, ਉਹ ਚਾਹੇ ਕਿਤੇ ਮਰਜ਼ੀ ਪੈਦਾ ਹੋਏ। ਹੁਣ ਇਸ ਤੋਂ ਬਾਅਦ ਫਿਰ ਵੀ ਆਪਾਂ ਇਹ ਦੇਖਦੇ ਹਾਂ ਕਿ ਇਹ ਕਿਉਂ ਜਾਂਦਾ, ਬਾਰ-ਬਾਰ ਇਹ ਜਿਹੜੀ ਗੱਲ ਆਉਂਦੀ ਹੈ ਉਹ ਕਿਉਂ ਕਹੀ ਜਾਂਦੀ ਹੈ ਕਿ ਜਿਹੜਾ ਇੰਡੀਆ 'ਚ ਪੈਦਾ ਹੋਇਆ ਉਹ ਹਿੰਦੂ ਆ, ਉਹ ਕਿਉਂ ਜਾਂਦਾ। ਇਹ ਤੁਸੀਂ ਜਾਣਦੇ ਵੀ ਹੋ ਸਾਰੇ, ਲੇਕਿਨ ਫਿਰ ਵੀ ਮੈਂ ਕੁਝ ਐਗਜ਼ਾਮਪਲਸ ਦੇ ਨਾਲ ਦੱਸੂਗੀ। ਮੋਨੀਅਰ ਵਿਲੀਅਮਸ ਨੇ 1875 ਦੇ ਵਿੱਚ ਇੱਕ ਕਿਤਾਬ ਛਾਪੀ ਹਿੰਦੂਇਜ਼ਮ। ਉਸ ਕਿਤਾਬ ਦੇ ਪੰਨਾ ਨੰਬਰ 28 ਤੇ ਉਹ ਲਿਖਦੇ ਨੇ ਕਿ ਜਿਹੜੀ ਆਰੀਅਨ ਰੇਸ ਹੈ ਉਹ ਸੈਂਟਰਲ ਏਸ਼ੀਆ ਤੋਂ ਪਹਾੜਾਂ ਦੇ ਰਸਤੇ ਅੱਜ ਦੇ ਇੰਡੀਆ ਦੇ ਸਿੰਧੂ ਘਾਟੀ ਵਿੱਚ ਆ ਕੇ ਵਸੀ। ਪਰਸ਼ੀਅਨ ਲੋਕਾਂ ਨੇ ਉਸ ਸਿੰਧੂ ਨੂੰ ਹਿੰਦੂ ਪ੍ਰੋਨਾਊਂਸ ਕੀਤਾ ਤੇ ਗ੍ਰੀਕੀ ਲੋਕਾਂ ਨੇ ਉਹਨੂੰ ਇੰਦੂ ਪ੍ਰੋਨਾਊਂਸ ਕੀਤਾ। ਐਂਡ ਦਿਸ ਇਜ਼ ਹਾਊ ਕਿ ਉਹ ਜਿਹੜਾ ਨਾਮ ਆ ਉਹ ਇੰਡੀਆ ਹਿੰਦੂ ਬਣ ਗਿਆ। ਹੁਣ ਡਾਕਟਰ ਰਾਧਾ ਕ੍ਰਿਸ਼ਨਨ ਜਿਹੜੇ ਆ ਉਹਨਾਂ ਦੀ ਕਿਤਾਬ ਹੈ ਹਿੰਦੂ ਵਿਊ ਆਫ ਲਾਈਫ। ਉਹਦੇ 'ਚੋਂ ਕਹਿੰਦੇ ਕਿ ਜਿਹੜੀ ਟਰਮ ਹਿੰਦੂ ਹੈ ਨਾ, the term Hindu had originally a territorial and not a faith significance. ਉਹ ਕਹਿੰਦੇ ਕਿ ਜਿਹੜੀ ਹਿੰਦੂ ਟਰਮ ਹੈ ਉਹਦਾ ਟੈਰੀਟੋਰੀਅਲ, ਉਹ ਭੂਗੋਲਿਕ ਤਾਂ ਹੈ ਪਰ ਉਹਦਾ ਕੋਈ ਫੇਥ ਨਾਲ ਕੋਈ ਸਿਗਨੀਫਿਕੈਂਸ ਨਹੀਂ ਹੈ, ਕੋਈ ਧਰਮ ਨਾਲ ਸਿਗਨੀਫਿਕੈਂਸ ਨਹੀਂ ਹੈ। ਹੁਣ ਇਸ ਤੋਂ ਸਵਾਲ ਇਹ ਉੱਠਦਾ ਹੈ ਕਿ ਹਿੰਦੂ ਕੋਈ ਧਰਮ ਹੈ ਹੀ ਨਹੀਂ, ਇਸ ਦਾ ਮਤਲਬ ਹੈ ਜੇ ਹਿੰਦੂ ਕੋਈ ਧਰਮ ਹੈ ਹੀ ਨਹੀਂ ਤਾਂ ਫਿਰ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਜੇ ਹਿੰਦੂ ਨਹੀਂ ਹੈ ਤਾਂ ਫਿਰ ਹਿੰਦੂਇਜ਼ਮ ਵੀ ਕੁਛ ਨਹੀਂ ਹੈ, ਦੇयर इज़ ਨਥਿੰਗ ਕਾਲਡ ਹਿੰਦੂਇਜ਼ਮ। ਹਿੰਦੂ ਜੇ ਕੋਈ ਧਰਮ ਹੀ ਨਹੀਂ ਹੈ ਤਾਂ ਫਿਰ ਗੱਲ ਇਹ ਆਉਂਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਪਿਤਾ ਹਿੰਦੂ ਕਿੱਦਾਂ ਹੋਏ, ਜੇ ਹਿੰਦੂ ਕੋਈ ਧਰਮ ਹੀ ਨਹੀਂ ਹੈ। ਅਤੇ ਉਹਨਾਂ ਦੀ ਕੋਈ ਫਿਲੋਸਫੀ ਹੋ ਸਕਦੀ ਹੈ, ਪਰ ਉਹ ਫਿਲੋਸਫੀ ਕਿਹਦੀ ਸੀ? ਉਹ ਦ੍ਰਵਿਡੀਅਨ ਸੀ, ਉਹ ਫਿਲੋਸਫੀ ਕਿਸੇ ਕਬੀਲੇ ਦੀ ਸੀ, ਉਹ ਕਿਹਦੀ ਸੀ? ਉਹਦੇ ਵਾਸਤੇ ਤਾਂ ਹਿੰਦੂਆਂ ਨੂੰ ਆਪਣੀਆਂ ਰੂਟਸ ਖੰਗੋਲਣੀਆਂ ਪੈਣਗੀਆਂ, ਉਹਨਾਂ ਨੂੰ ਲੱਭਣਾ ਪਊਗਾ ਕਿ ਉਹ ਕਿੱਥੋਂ ਆਏ ਨੇ। ਉਹ ਇੱਕ ਜਿਹੜੀ ਬਾਹਰੋਂ ਕਿਸੇ ਨੇ ਉਹਨਾਂ ਨੂੰ ਲਿਆ ਕੇ ਇੱਕ ਟੈਗ ਦੇ ਦਿੱਤਾ, ਉਹਦੇ ਨਾਲ ਹੀ ਚੱਲੀ ਜਾ ਰਹੇ ਨੇ। ਸੋ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਫਾਦਰ ਸਾਹਿਬ ਨੇ
ਉਹ ਵੀ ਹਿੰਦੂ ਨਹੀਂ, ਤੇ ਜਿਹਦਾ ਫਾਦਰ ਹਿੰਦੂ ਨਹੀਂ ਤੇ ਫਿਰ ਉਹ ਗੁਰੂ ਨਾਨਕ ਤੱਕ ਤਾਂ ਗੱਲ ਹੀ ਨਹੀਂ ਆਉਂਦੀ ਨਾ। ਕੋਈ ਦ੍ਰਵਿਡੀਅਨ ਹੋ ਸਕਦਾ, ਕੋਈ ਮੂਲ ਨਿਵਾਸੀ ਹੋ ਸਕਦਾ, ਕੋਈ ਕਿਸੇ ਕਬੀਲੇ ਦਾ ਹੋ ਸਕਦਾ, ਕੋਈ ਬੁੱਧੀ ਹੋ ਸਕਦਾ, ਕੋਈ ਜੈਨੀ ਹੋ ਸਕਦਾ, ਕੋਈ ਸਿੱਖ ਹੋ ਸਕਦਾ, ਪਰ ਕੋਈ ਹਿੰਦੂ ਨਹੀਂ ਹੋ ਸਕਦਾ। ਕੋਈ ਵੀ ਹਿੰਦੂ ਨਹੀਂ ਹੋ ਸਕਦਾ, ਉਹ ਆਪ ਵੀ ਹਿੰਦੂ ਨਹੀਂ ਨੇ। ਹੁਣ ਇੱਕ ਜਿਹੜੀ ਮੈਂ ਆਪਣੀ ਗੱਲ ਨੂੰ ਸਮੇਟਣ ਤੋਂ ਪਹਿਲਾਂ ਇੱਕ ਲਾਸਟ ਜਿਹੜੀ ਤਕਰੀਰ ਬਾਰ-ਬਾਰ ਆਉਂਦੀ ਆ, ਉਹ ਹੁੰਦੀ ਹੈ ਕਿ ਕੌਣ ਕਿਹਦੇ ਚੋਂ ਨਿਕਲਿਆ। ਬਾਰ-ਬਾਰ ਬੋਲਿਆ ਜਾਂਦਾ ਕਿ ਸਿੱਖ ਜਿਹੜੇ ਆ ਉਹ ਹਿੰਦੂਆਂ ਚੋਂ ਨਿਕਲੇ। ਹੁਣ ਇਸੇ ਗੱਲ ਦੇ ਵਿੱਚ ਜਿਹੜੇ ਆ ਇੱਥੇ ਮੈਂ ਫਿਰ ਇੱਕ ਟੈਕਨੀਕਲ ਕੋਟ ਹੀ ਕਰੂੰਗੀ। ਆਰੀਅਨ ਸਭ ਤੋਂ ਪਹਿਲੇ ਲੋਕ ਨਹੀਂ ਸੀ ਜੋ ਇੱਥੇ ਆਏ। DNA ਦੇ ਆਧਾਰ ਦੇ ਉੱਤੇ ਇੱਕ ਰਿਸਰਚ ਹੋਈ ਹੈ, ਔਰ ਜੈਨੇਟਿਸਟ ਜਿਹੜੇ ਨੇ ਉਹਨਾਂ ਨੇ, ਡੇਵਿਡ ਰਿਚ ਹਾਰਵਰਡ ਯੂਨੀਵਰਸਿਟੀ ਦੇ ਜਿਹੜੇ ਜੈਨੇਟਿਸਟ ਨੇ, ਉਹਨਾਂ ਨੇ ਇਹ ਪ੍ਰੂਵ ਕੀਤਾ। ਉਹਨਾਂ ਦੀ ਜਿਹੜੀ ਰਿਸਰਚ ਆ ਉਹ ਮਾਰਚ 2018 ਵਿੱਚ ਛਪੀ ਵੀ ਹੈ 92 ਕੋ-ਆਥਰਸ ਦੇ ਨਾਲ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਸਭ ਤੋਂ ਪਹਿਲਾਂ ਇੱਥੇ ਜੋਗਰਾਸੀਅਨ ਲੋਕ ਆਏ ਸੀ 65,000 ਸਾਲ ਪਹਿਲਾਂ। 65,000 ਸਾਲ ਬਹੁਤ ਪਹਿਲਾਂ ਹੋ ਗਿਆ, ਆਰੀਅਨਸ ਤੋਂ ਕਿਤੇ ਪਹਿਲਾਂ। ਹੁਣ ਕੌਣ ਕਿਹਦੇ ਚੋਂ ਨਿਕਲਿਆ ਜੇ ਆਪਾਂ ਇਹ ਦੇਖਣ ਚੱਲੀਏ ਤਾਂ ਫਿਰ ਸਾਨੂੰ ਰੂਟਸ ਵੱਲ ਜਾਣਾ ਪਊਗਾ। ਹਿੰਦੂ ਕਿਹਦੇ ਚੋਂ ਨਿਕਲੇ ਤੇ ਹਿੰਦੂ ਉਹ ਕਿਹਦੇ ਚੋਂ ਨਿਕਲੇ। ਹੁਣ ਜੋਗਰਾਸੀਅਨ ਲੋਕਾਂ ਬਾਰੇ ਸਾਨੂੰ ਬਹੁਤਾ ਕੁਝ ਨਹੀਂ ਪਤਾ, ਪਰ ਇੱਕ ਗੱਲ ਮੈਂ ਦਾਅਵੇ ਨਾਲ ਕਹਿੰਦੀ ਹਾਂ ਕਿ ਜੋਗਰਾਸੀਅਨ ਲੋਕ ਦਿਖਦੇ ਸਿੱਕਾਂ ਵਰਗੇ ਹੋਣਗੇ, ਕਿਉਂਕਿ ਉਸ ਟਾਈਮ ਨਾ ਤਾਂ ਉਸਤਰਾ ਸੀ ਤੇ ਨਾ ਕੈਂਚੀ ਸੀ, ਨਾ ਕੋਈ ਵਾਲ ਕਟਾ ਸਕਦਾ ਸੀ, ਨਾ ਸੁੰਨਤ ਹੋ ਸਕਦੀ ਸੀ, ਨਾ ਜਨੇਊ ਪਾਇਆ ਜਾ ਸਕਦਾ ਸੀ, ਕਿਉਂਕਿ ਜੇ ਜਨੇਊ ਦਾ ਜ਼ਿਕਰ ਹੁੰਦਾ ਤੇ ਉਦੋਂ ਵੀ ਫਿਰ ਕੁਛ ਨਾ ਕੁਛ ਹੋ ਜਾਂਦਾ, ਉਹ ਵੀ ਲੱਭ ਜਾਂਦਾ। ਕੋਈ ਜਨੇਊ ਨਹੀਂ ਸੀ। ਜਦੋਂ ਤੁਸੀਂ ਇਹ ਲੱਭਣ ਦੀ ਕੋਸ਼ਿਸ਼ ਕਰੋਗੇ ਕਿ ਤੁਸੀਂ ਕਿੱਥੋਂ ਨਿਕਲੇ ਹੋ ਤੇ ਰੂਟਸ ਤੱਕ ਜਾਓਗੇ ਤੇ ਤੁਹਾਨੂੰ ਇੱਕ ਹੀ ਲੱਭੂਗਾ, ਉਹ ਹੈ ਪਿਓਰ, ਔਰ ਪਿਓਰ ਖਾਲਸਾ ਹੈ। ਸੋ ਖਾਲਸੇ ਦੇ ਵਿੱਚੋਂ ਤਾਂ ਸਾਰੇ ਨਿਕਲੇ ਹੋ ਸਕਦੇ ਆ। ਹਿੰਦੂ ਜਿਹੜੇ ਆ ਉਹ ਜੇ ਆਪਣੇ ਆਪ ਨੂੰ ਸਹੀ ਵਿੱਚ, ਇਹ ਉਹਨਾਂ ਵਾਸਤੇ ਵੀ ਹੋਮਵਰਕ ਹੈ ਕਿ ਜੇ ਉਹ ਆਪਣੇ ਆਪ ਨੂੰ ਦੁਬਾਰਾ ਖੋਜਣ, ਜੇ ਉਹ ਆਪਣੀਆਂ ਜੜ੍ਹਾਂ ਖੋਜਣ ਵੱਲ ਜਾਣ, ਤਾਂ ਉਹਨਾਂ ਨੂੰ ਇਹ ਸਮਝ ਆਊਗੀ ਕਿ ਸਿੱਖ ਜਿਹੜੇ ਆ ਗੁਰੂ ਮਹਾਰਾਜ ਨੇ ਵਾਪਸ ਜੜ੍ਹਾਂ ਨਾਲ ਹੀ ਜੋੜੇ ਆ, ਜਿਹੜੇ ਜਿੱਥੋਂ ਸ਼ੁਰੂ ਹੋਇਆ ਸੀ ਉਹਦੇ ਨਾਲ ਹੀ ਜੋੜੇ ਆ। ਇੰਨੀ ਗੱਲ ਕਰਕੇ ਮੈਂ ਆਪਣੀ ਗੱਲ ਸਮਾਪਤ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।